ਕਰਦੇ ਹਾਂ ਇਸ ਚੰਗੇ ਸਮੇਂ ਦੇ ਲਈ ਜੋ ਉਹਨੇ ਸਾਨੂੰ ਦਿੱਤਾ ਕਿ ਇਕੱਠੇ ਹੋਈਏ ਔਰ ਉਹਦੇ ਨਾਮ ਦੀ ਮਹਿਮਾ ਕਰੀਏ। ਹਾਲੇਲੂਇਆ, ਆਮੀਨ ਆਮੀਨ ਹਾਲੇਲੂਇਆ। ਸੱਚਮੁੱਚ ਜੇ ਪਰਮੇਸ਼ਰ ਇਸ ਸਮੇਂ ਨਾ ਦੇਵੇ ਤਾਂ ਅਸੀਂ ਕੁਝ ਕਰ ਨਹੀਂ ਸਕਦੇ। ਹਾਲੇਲੂਇਆ, ਹਾਲੇਲੂਇਆ। ਯੈਸ, ਥੈਂਕ ਯੂ ਜੀਸਸ। ਅੱਜ ਮੈਂ ਪਹਿਲਾਂ ਕੁਝ ਤਿਆਰ ਤਾਂ ਨਹੀਂ ਕੀਤਾ ਸੀ ਵਚਨ, ਕਿਉਂਕਿ ਪਤਾ ਨਹੀਂ ਸੀ ਕਿ ਮੈਂ ਕਰਨਾ, ਤਾਂ ਮੈਂ ਸੋਚ ਰਿਹਾ ਸੀਗਾ, ਪਰਮੇਸ਼ਰ ਕੋਲ ਮੰਗ ਰਿਹਾ ਸੀ ਕਿ ਪਰਮੇਸ਼ਰ ਦੱਸ ਕੀ ਪ੍ਰਚਾਰ ਕਰ। ਹਾਲੇਲੂਇਆ, ਹਾਲੇਲੂਇਆ। ਫਿਰ ਦੋ ਗੀਤ ਆਏ, ਇੱਕ ਸੋਨੇ ਚਾਂਦੀ ਤੋਂ ਵੀ ਜ਼ਿਆਦਾ ਕੀਮਤੀ ਤੂੰ, ਹੀਰੇ ਮੋਤੀ ਤੋਂ ਵੀ ਜ਼ਿਆਦਾ ਕੀਮਤੀ। ਹਾਲੇਲੂਇਆ। ਉਹਦੇ ਤੋਂ ਬਾਅਦ ਸੋਨੇ ਦੇ ਮਹਿਲਾਂ ਨਾਲੋਂ ਚੰਗਾ ਹੈ ਕਿ ਤੇਰੇ ਭਵਨ ਵਿੱਚ ਵਾਸ ਹੋਵੇ। ਹਾਲੇਲੂਇਆ। ਸੋ ਫਿਰ ਪਰਮੇਸ਼ਰ ਦੀ ਆਤਮਾ ਨੇ ਕਿਹਾ ਅੱਜ ਇਸੇ ਬਾਰੇ ਕੁਝ ਦੱਸ। ਹਾਲੇਲੂਇਆ, ਹਾਲੇਲੂਇਆ। ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੀ ਕੀਮਤ ਨੂੰ ਸਮਝੀਏ। ਹਾਲੇਲੂਇਆ, ਹਾਲੇਲੂਇਆ। ਅੱਜ ਅਸੀਂ ਇੰਨੀ ਸਮੱਸਿਆਵਾਂ ਦੇ ਵਿੱਚ ਕਿਉਂ ਹਾਂ? ਉਹਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਪਰਮੇਸ਼ਰ ਦੀ ਕੀਮਤ ਨੂੰ ਸਮਝਿਆ ਨਹੀਂ। ਅਸੀਂ ਸੋਨੇ ਚਾਂਦੀ ਨੂੰ ਪਰਮੇਸ਼ਰ ਤੋਂ ਵੱਧ ਕੇ ਮੁੱਲ ਦਿੰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਪਤਾ ਬਾਈਬਲ ਵਿੱਚ ਪ੍ਰਭੂ ਯਿਸੂ ਮਸੀਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਸਵਰਗ ਦਾ ਰਾਜ ਕਿਹੋ ਜਿਹਾ ਹੈ? ਕਹਿੰਦੇ ਸਵਰਗ ਦਾ ਰਾਜ ਕਹਿੰਦੇ ਉਸ ਵਪਾਰੀ ਵਰਗਾ ਹੈ, ਕਹਿੰਦੇ ਜਿਸ ਨੂੰ ਪਤਾ ਲੱਗਾ ਕਿ ਇੱਕ ਖੇਤ ਦੇ ਵਿੱਚ ਇੱਕ ਭਾਰੇ ਮੁੱਲ ਦਾ ਖਜ਼ਾਨਾ ਹੀਰੇ ਮੋਤੀ ਦੱਬੇ ਹੋਏ ਆ। ਕਹਿੰਦਾ ਉਹਨੇ ਆਪਣਾ ਸਭ ਕੁਝ ਵੇਚਿਆ, ਸਭ ਕੁਝ ਵੇਚ ਕੇ ਉਹ ਖੇਤ ਖਰੀਦ ਲਿਆ। ਹਾਲੇਲੂਇਆ, 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 ਹਾਲੇਲੂਇਆ। ਅੱਜ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕੀ ਬਾਈਬਲ ਨਹੀਂ ਖਰੀਦਦੇ ਨਹੀਂ ਬਾਈਬਲ। ਉਹਨਾਂ ਕੋਲ ਬਾਈਬਲ ਹੀ ਨਹੀਂ ਹੈ। ਜੇ ਬਾਈਬਲ ਖਰੀਦੋਗੇ ਤਾਂ ਲੱਭੂਗੇ ਸਭ ਤੋਂ ਸਸਤੀ ਜੀ ਕਿਤੇ, ਜਾਂ ਫ੍ਰੀ ਮਿਲ ਜਾਵੇ ਕਿਤੇ। ਹਾਲੇਲੂਇਆ, ਹਾਲੇਲੂਇਆ। ਤਿਆਰ ਹੀ ਨਹੀਂ ਪਰਮੇਸ਼ਰ ਦੇ ਲਈ ਕੁਝ ਕਰਨ ਨੂੰ ਤਿਆਰ ਨਹੀਂ। ਪਰ ਇੱਥੇ ਲਿਖਿਆ ਕਹਿੰਦਾ ਵਪਾਰੀ ਕਹਿੰਦੇ ਸਭ ਕੁਝ ਵੇਚਿਆ ਔਰ ਉਹ ਖੇਤ ਖਰੀਦਿਆ। स्वर्ग ਦਾ ਰਾਜ ਉਸ ਤਰ੍ਹਾਂ ਦਾ ਹੈ। ਔਰ ਜਦ ਪ੍ਰਭੂ ਯਿਸੂ ਮਸੀਹਾ ਇਸ ਧਰਤੀ ਤੇ ਆਏ, स्वर्ग ਦਾ ਰਾਜ ਹੈ ਕਿ ਸਮਝੋ, ਜਦ ਪ੍ਰਭੂ ਯਿਸੂ ਮਸੀਹਾ ਧਰਤੀ ਤੇ ਆਏ ਤਾਂ ਕਹਿੰਦੇ स्वर्ग ਦਾ ਰਾਜ ਤੁਹਾਡੇ ਵਿੱਚ ਆ ਚੁੱਕਿਆ ਹੈ। ਹਾਲੇਲੂਇਆ, ਹਾਲੇਲੂਇਆ। ਅੱਜ ਪ੍ਰਭੂ ਯਿਸੂ ਮਸੀਹਾ ਜੋ ਹੈ ਉਹ ਸਾਡੇ ਲਈ स्वर्ग ਦੇ ਰਾਜ ਤੋਂ ਉੱਪਰ ਹੈ। ਹਾਲੇਲੂਇਆ, ਹਾਲੇਲੂਇਆ। ਇੱਕ ਮਸੀਹੀ ਦੀ ਦੌੜ ਇਸ ਕਰਕੇ ਨਹੀਂ ਹੈ ਕਿ स्वर्ग ਰਾਜ ਨੂੰ ਪਾਣਾ ਹੈ, ਇਸ ਕਰਕੇ ਹੈ ਕਿ ਮਸੀਹ ਦੇ ਵਰਗਾ ਸਵਰੂਪ ਲੈਣਾ ਹੈ। ਹਾਲੇਲੂਇਆ, ਹਾਲੇਲੂਇਆ। ਮਸੀਹੀ ਦੌੜ स्वर्ग ਰਾਜ ਦੇ ਲਈ ਨਹੀਂ ਹੈ। ਮਸੀਹ ਲੋਕਾਂ ਨੂੰ ਅੱਜ स्वर्ग ਰਾਜ ਦੇ ਲਈ ਮਿਹਨਤ ਕਰਨ ਦੀ ਲੋੜ ਨਹੀਂ ਹੈ। ਮਸੀਹ ਲੋਕਾਂ ਨੂੰ ਮਿਹਨਤ ਕਰਨ ਦੀ ਲੋੜ ਹੈ ਕਿ ਅਸੀਂ ਯਿਸੂ ਵਰਗੇ ਬਣ ਸਕੀਏ, ਕਿਉਂਕਿ स्वर्ग ਦਾ ਰਾਜ ਯਿਸੂ ਹੈ। ਹਾਲੇਲੂਇਆ, ਹਾਲੇਲੂਇਆ। ਉੱਥੇ ਲਿਖਿਆ ਹੈ ਯਿਸੂ ਕੀ ਹੈ? ਗੇਟ ਹੈ। ਹਾਲੇਲੂਇਆ, ਦਰਵਾਜ਼ਾ ਹੈ स्वर्ग ਰਾਜ ਦੇ ਲਈ। ਹਾਲੇਲੂਇਆ, ਹਾਲੇਲੂਇਆ। ਉਹ ਆਪ स्वर्ग ਦਾ ਰਾਜ, ਲੇਕਿਨ ਅਸੀਂ ਉਹਦੀ ਕੀਮਤ ਨੂੰ ਜਾਣਦੇ ਹੀ ਨਹੀਂ। ਅੱਜ ਜੋ ਦੌੜ ਹੈ ਉਹ ਹੈ ਪੈਸੇ ਤੇ। ਹਾਲੇਲੂਇਆ, ਹਾਲੇਲੂਇਆ। ਤੁਹਾਨੂੰ ਪਤਾ ਬਾਈਬਲ ਦੇ ਵਿੱਚ ਲਿਖਿਆ, ਖੋਲੀਏ ਮੇਰੇ ਨਾਲ ਮਤੀ ਦੀ ਅੰਜੀਲ। ਅੱਜ ਸਾਨੂੰ ਲੱਗਦਾ ਹੈ ਕਿ ਸੰਸਾਰ ਦੇ ਵਿੱਚ ਕੇਵਲ ਦੋ ਸ਼ਕਤੀਆਂ ਰਾਜ ਕਰਦੀਆਂ ਹਨ, ਇੱਕ ਸ਼ੈਤਾਨ ਔਰ ਇੱਕ ਪਰਮੇਸ਼ਵਰ। ਇਹਨਾਂ ਵਿੱਚੋਂ ਸਿਰਫ ਆ ਦੋ ਮਾਲਿਕ ਹੈ। ਕੁਝ ਤਾਂ ਪਰਮੇਸ਼ਵਰ ਮਾਲਿਕ ਮੰਨ ਕੇ ਉਹਦੀ ਸੇਵਾ ਕਰਦੇ ਹਨ ਔਰ ਕੁਝ ਸਮਝਦੇ ਹਨ ਕਿ ਸ਼ੈਤਾਨ ਦੂਜਾ ਮਾਲਿਕ ਹੈ। ਇੱਥੇ ਇੱਕ ਤੀਜੀ ਗੱਲ ਆ ਗਈ ਹੈ, ਆइए ਦੇਖਾਂਗੇ। मत्ती दी अंजील 6 अध्याय ओदी 24 आयत पढ़ दीजिए। कोई मनुष्य दो स्वामियों की सेवा नहीं कर सकता, क्योंकि वह एक से बैर और दूसरे से प्रेम रखेगा। हाँ, रुक जाओ। कहते कोई भी मनुष्य दो स्वामियों की सेवा नहीं कर सकता। जो जरूरी है, जो किसी को स्वामी मानता है ਤਾਂ ਦੋਨਾਂ ਦੇ ਵਿੱਚੋਂ ਇੱਕ ਨੂੰ ਸਵਾਮੀ ਮੰਨੇਗਾ, ਫਿਰ ਇੱਕ ਨੂੰ ਜਦੋਂ ਸਵਾਮੀ ਮੰਨੇਗਾ ਤਾਂ ਦੂਜੇ ਨਾਲ ਵੈਰ ਕਰੇਗਾ। ਹਾਲੇਲੂਇਆ, ਹਾਲੇਲੂਇਆ। ਹੁਣ ਸਾਡੇ ਦਿਮਾਗ ਵਿੱਚ ਇੱਕਦਮ ਕੀ ਆਇਆ? ਦੋ ਸਵਾਮੀ मतलब परमेश्वर और शैतान। हालेलुया, आगे पढ़िए। या एक से मिला रहेगा या दूसरे को तुच्छ जानेगा। हाँ, तुम परमेश्वर और धन दोनों की सेवा नहीं। हाँ, रुक जाओ। हालेलुया, हालेलुया। दूसरा स्वामी है धन, पैसा, दौलत, शोहरत। हालेलुया। ਤੁਸੀਂ ਪਰਮੇਸ਼ਰ ਦੀ
ਔਰ ਪੈਸੇ ਦੀ ਧਨ ਦੌਲਤ ਦੀ ਦੋਨਾਂ ਦੀ ਸੇਵਾ ਇਕੱਠੇ ਨਹੀਂ ਕਰ ਸਕਦਾ। ਹੁਣ ਸਾਡੇ ਦਿਮਾਗ ਵਿੱਚ ਹੋਵੇਗਾ ਕਿ ਅਸੀਂ ਤਾਂ ਨਹੀਂ ਪੈਸੇ ਨੂੰ ਸਵਾਮੀ ਮੰਨਦੇ। ਹਾਲੇਲੂਇਆ। ਹਾਲੇਲੂਇਆ। ਅਸੀਂ ਤਾਂ ਨਹੀਂ ਪੈਸੇ ਨੂੰ ਸਵਾਮੀ ਮੰਨਦੇ। ਹਾਲੇਲੂਇਆ। ਸਾਡੇ ਦਿਮਾਗ 'ਚ ਆਇਆ ਨਾ। ਹਰ ਇੱਕ ਵਿਅਕਤੀ ਜੋ ਵੀਡੀਓ ਵੀ ਦੇਖੇਗਾ ਉਹਦੇ ਵੀ ਦਿਮਾਗ 'ਚ ਆਵੇਗਾ ਅਸੀਂ ਨਹੀਂ ਪੈਸੇ ਨੂੰ ਸਵਾਮੀ ਮੰਨਦੇ। ਪਰ ਜ਼ਰਾ ਗੌਰ ਕਰੀਏ। ਹਾਲੇਲੂਇਆ। ਜਦ ਅਸੀਂ 6 ਦਿਨ ਕੰਮ ਕਰਦੇ ਹਾਂ ਤਾਂ ਸਾਡਾ ਅਲਾਰਮ ਸੈੱਟ ਹੋਇਆ ਹੁੰਦਾ ਹੈ। ਹਾਲੇਲੂਇਆ। ਅਲਾਰਮ ਸੈੱਟ ਹੋਇਆ ਹੁੰਦਾ ਹੈ ਔਰ ਐਗਜ਼ੈਕਟ ਟਾਈਮ ਦੇ ਉੱਤੇ ਉੱਠਦੇ ਹਾਂ। ਹਾਲੇਲੂਇਆ। ਕਿਉਂ? ਕਿਉਂਕਿ ਅਸੀਂ ਕਿੱਥੇ ਜਾਣਾ ਹੁੰਦਾ ਹੈ? ਕੰਮ ਤੇ ਜਾਣਾ ਹੁੰਦਾ ਨਾ। ਐਗਜ਼ੈਕਟ ਟਾਈਮ ਤੇ ਉੱਠੀਦਾ। ਕਿਉਂ? ਕਿਉਂਕਿ ਜੇ ਕੰਮ ਤੇ ਨਾ ਜਾਵਾਂਗੇ ਤਾਂ ਪੈਸੇ ਪੂਰੇ ਟਾਈਮ ਤੇ। ਹਾਲੇਲੂਇਆ। ਪਹਿਲੇ ਹੀ ਖੁੱਲ ਜਾਂਦੀ। ਜੇ ਅਲਾਰਮ ਨਾ ਵੀ ਲੱਗਾ ਹੋਵੇ ਨਾ ਤਾਂ ਆਟੋਮੈਟਿਕ ਖੁੱਲ ਜਾਂਦੀ ਹੈ। ਹਾਲੇਲੂਇਆ। ਆਟੋਮੈਟਿਕ ਖੁੱਲ ਜਾਂਦੀ ਹੈ। ਕਿਉਂ? ਕਿਉਂਕਿ ਪੈਸੇ ਦੀ ਜੋ ਖਿੱਚ ਹੈ ਉਹ ਸਾਨੂੰ ਜਗਾਉਂਦੀ ਹੈ। ਹਾਲੇਲੂਇਆ। ਉਹ ਸਾਨੂੰ ਕੀ ਕਰਦੀ ਹੈ? ਜਗਾਉਂਦੀ ਹੈ। ਔਰ ਜੇ ਕਿਤੇ ਗੱਲ ਆ ਜਾਵੇ ਕਿ ਪਰਮੇਸ਼ਰ ਦੇ ਲਈ ਪ੍ਰਾਰਥਨਾ ਕਰਨੀ ਹੈ ਉੱਠ ਕੇ, ਫੇਰ ਕਹਿੰਦੇ ਆ ਪਾਸਟਰ ਜੀ ਉੱਠੇ ਸੀਗੇ, ਦੁਆ ਕੀਤੀ, ਦੁਆ ਕਰਦੇ ਕਰਦੇ ਪਰਮੇਸ਼ਰ ਨੇ ਮਿੱਠੀ ਨੀਂਦ ਦੇ ਦਿੱਤੀ। ਜਦ ਉੱਠੇ ਤਾਂ ਦੇਖਿਆ ਉਹ 1 ਘੰਟਾ ਹੋ ਗਿਆ, ਮੈਂ ਨੀਂਦ ਦੇ ਵਿੱਚ ਪ੍ਰਾਰਥਨਾ ਕਰ ਰਹੀ ਸੀ। ਹਾਲੇਲੂਇਆ। ਹਾਲੇਲੂਇਆ। ਫਿਰ ਜਾਗ ਨਹੀਂ ਖੁੱਲਦੀ ਜਦ ਪ੍ਰਾਰਥਨਾ ਦੀ ਗੱਲ ਆ ਜਾਂਦੀ ਹੈ। ਜੇ ਆ ਸੋਚ ਕੇ ਸੋਈਏ ਕਿ ਸਵੇਰੇ ਉੱਠ ਕੇ ਵਚਨ ਪੜਾਂਗੇ ਤਾਂ ਕੁਦਰਤੀ ਏਦਾਂ ਹੁੰਦਾ ਹੈ ਕਿ ਨੀਂਦ ਹੀ ਬੜੀ ਮਿੱਠੀ ਆਉਂਦੀ ਹੈ। ਹਾਲੇਲੂਇਆ। ਉੱਠਣ ਨੂੰ ਦਿਲ ਨਹੀਂ ਕਰਦਾ। ਹਾਲੇਲੂਇਆ। ਹਾਲੇਲੂਇਆ। ਜਾਂ ਕੁਝ ਤਾਂ ਫਿਰ ਕੋਸ਼ਿਸ਼ ਵੀ ਨਹੀਂ ਕਰਦੇ। ਹਾਲੇਲੂਇਆ। ਮੈਨੂੰ ਪਤਾ ਹੈ ਜਦ ਅਸੀਂ ਕੰਮ ਤੇ ਜਾਣ ਲਈ ਉੱਠਣਾ ਹੁੰਦਾ ਹੈ ਨਾ, ਅਲਾਰਮ ਵਾਜਦਾ ਫਿਰ ਕਹਿੰਦੇ ਚੱਲ ਮਨਾ ਉੱਠਣਾ ਹੀ ਪੈਣਾ ਜੋ ਮਰਜ਼ੀ ਆ, ਜਾਣਾ ਹੀ ਪੈਣਾ। ਚੱਲ ਮਨਾ ਹੁਣ ਰਜਾਈ ਲਾ ਦੇ। ਫਿਰ ਲਾਈ ਦੀ ਆ, ਬੜੇ ਔਖੇ ਹੋ ਕੇ ਲਾਈ ਦੀ ਆ। ਹਾਂ ਨਹੀਂ ਕਿ ਸੌਖਾ ਲਾਈਦਾ, ਪਰ ਔਖੇ ਹੋ ਕੇ ਲਾਈ ਦੀ ਆ। ਹਾਲੇਲੂਇਆ। ਬਿਮਾਰ ਹੋ ਜਾਵੇ ਬੰਦਾ ਸਿੱਕ ਕਾਲ ਨਹੀਂ ਕਰਦਾ ਕੰਮ ਤੇ, ਕਿਤੇ ਕੰਮ ਤੋਂ ਕੱਢ ਨਾ ਦੇਣ। ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਖਾਸ ਕਰਕੇ ਬਿਮਾਰ ਹੋ ਕੇ ਵੀ ਜਾਂਦਾ ਹੈ। ਹਾਲੇਲੂਇਆ। ਕਿਉਂ? ਪੈਸਾ ਉੱਥੋਂ ਮਿਲਣਾ ਹੈ। ਲੇਕਿਨ ਪਰਮੇਸ਼ਰ ਵਾਰੀ ਸਾਡੇ ਕੋਲ ਸਾਰੇ ਜਹਾਨ ਦੀਆਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਹਨ, ਕਹਿਣ ਨੂੰ ਕਿਆ ਨਹੀਂ ਸਕੇ, ਔਰ ਬੜੇ ਨਾਰਮਲੀ ਕਹਿੰਦੇ ਹਨ। ਔਰ ਫਿਰ ਕਿੱਦਾਂ ਅਸੀਂ ਕਹਿੰਦੇ ਹਾਂ ਕਿ ਸਾਡਾ ਮਾਲਿਕ ਪੈਸਾ ਨਹੀਂ ਹੈ, ਸਾਡਾ ਮਾਲਿਕ ਤਾਂ ਪਰਮੇਸ਼ਰ ਹੈ। ਜਦ ਤੁਸੀਂ ਪੈਸੇ ਦੇ ਲਈ ਤੜਕੇ ਉੱਠ ਸਕਦੇ ਹੋ ਔਰ ਪਰਮੇਸ਼ਰ ਦੇ ਲਈ ਤੁਸੀਂ ਤੜਕੇ ਨਹੀਂ ਉੱਠ ਸਕਦੇ ਪ੍ਰਾਰਥਨਾ ਕਰਨ ਨੂੰ, ਵਚਨ ਪੜਨ ਨੂੰ, ਤਾਂ ਫਿਰ ਕਿਹੜੇ ਸ਼ਬਦਾਂ ਨਾਲ ਤੁਸੀਂ ਕਹਿੰਦੇ ਹੋ ਕਿ ਮੇਰਾ ਮਾਲਿਕ ਪਰਮੇਸ਼ਰ ਹੈ? ਮੈਂ ਤਾਂ ਪੈਸੇ ਨੂੰ ਕੁਝ ਜਾਣਦਾ ਹੀ ਨਹੀਂ। ਅਰੇ ਅਸੀਂ ਜਿਉਂਦੇ ਹੀ ਪੈਸੇ ਦੇ ਲਈ ਪਏ ਹਾਂ। ਹਾਲੇਲੂਇਆ। ਤੁਸੀਂ 2 ਸਵਾਮੀਆਂ ਦੀ ਸੇਵਾ ਕਰ ਹੀ ਨਹੀਂ ਸਕਦੇ। ਜੇ ਇੱਕ ਦੀ ਕਰੋਗੇ ਤਾਂ ਦੂਜੇ ਦਾ ਨਾਲ ਲਿਖਿਆ ਵੈਰ ਕਰੋਗੇ। ਜੇ ਤੁਸੀਂ ਪਰਮੇਸ਼ਰ ਦੀ ਸੇਵਾ ਕਰਦੇ ਹੁੰਦੇ ਤਾਂ ਪੈਸੇ ਦੇ ਨਾਲ ਤਾਂ ਕੀ ਹੋਣਾ ਚਾਹੀਦਾ ਸੀ? ਪਰ ਸਾਨੂੰ ਤਾਂ ਪ੍ਰੇਮ ਹੈ। ਹਾਲੇਲੂਇਆ। ਸਾਨੂੰ ਪ੍ਰੇਮ ਹੈ। ਸਾਨੂੰ ਕੀ ਲੱਗਦਾ ਹੈ, ਬਹੁਤ ਵਾਰ ਮੈਂ ਬਹੁਤ ਲੋਕਾਂ को आगा सुनी है, पैसा जो है ना वो बिगड़े काम भी बना देता है। पैसा जो है वो राह ਨੂੰ ਸਿੱਧਾ ਕਰ ਦਿੰਦਾ ਹੈ। ਪੈਸਾ ਜੋ ਹੈ ਉਹ ਆ ਕਰ ਦਿੰਦਾ ਹੈ। ਹਾਲੇਲੂਇਆ। ਪਰ ਮੈਨੂੰ ਆ ਨਹੀਂ ਸਮਝ ਆਉਂਦੀ ਕੈਨੇਡਾ 'ਚ ਰਹਿ ਕੇ ਆ ਗੱਲ ਕਿੱਦਾਂ ਕਹਿੰਦੇ। ਇੰਡੀਆ ਦਾ ਮੰਨਿਆ ਕਿ ਤੁਸੀਂ ਰਿਸ਼ਵਤ ਦੇ ਕੇ ਕੰਮ ਖਿਲਾਉਂਦੇ ਹੋ, ਇੱਥੇ ਤਾਂ ਨਹੀਂ ਰਿਸ਼ਵਤ ਚੱਲਦੀ। ਹਾਲੇਲੂਇਆ। ਇੱਥੇ ਵੀ ਲੋਕੀ ਆਈ ਸੋਚਦੇ ਹਨ। ਅਸਲੀਅਤ ਆ ਹੈ ਕਿ ਲੋਕਾਂ ਨੇ ਉਹਨੂੰ ਸਵਾਮੀ ਬਣਾ ਲਿਆ ਹੈ। ਜੇ ਤੁਸੀਂ ਬਾਈਬਲ ਪੜ੍ਹ ਕੇ ਦੇਖੋ ਤਾਂ ਬਾਈਬਲ 'ਚ ਲਿਖਿਆ ਹੈ ਪਰਮੇਸ਼ਰ ਹੈ ਜੋ ਬੰਦ ਰਸਤੇ ਖੋਲਦਾ ਹੈ। ਔਰ ਤੁਹਾਨੂੰ ਪਤਾ ਬਾਈਬਲ ਵਿੱਚ ਇੱਕ ਗੱਲ ਲਿਖੀ ਹੈ, ਕਹਿੰਦਾ ਜਿਹੜੇ ਬੰਦ ਰਸਤਿਆਂ ਨੂੰ ਖੋਲ ਦਿੰਦਾ ਹੈ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ, ਔਰ ਜਿਨ੍ਹਾਂ ਨੂੰ ਉਹ ਬੰਦ ਕਰ ਦਿੰਦਾ ਹੈ ਉਹਨਾਂ ਨੂੰ ਫਿਰ ਪੈਸਾ ਵੀ ਨਹੀਂ ਖਿਲਾ ਸਕਦਾ। ਹਾਲੇਲੂਇਆ। ਨਹੀਂ ਖਿਲਾ ਸਕਦਾ। ਭੁੱਲ ਜਾਓ। ਸਮਝੋ ਕੌਣ ਜ਼ਿਆਦਾ ਕੀਮਤੀ ਹੈ। ਸਮਝੋ ਅੱਜ ਅਸੀਂ ਚਾਹ ਕੇ ਨਹੀਂ ਕਹਿੰਦਾ ਪਿਆ, ਮੈਂ ਅਣਜਾਣੇ ਦੇ ਵਿੱਚ ਕਹਿੰਦਾ ਪਿਆ। ਬਹੁਤ ਸਾਰੇ ਪਾਪ ਅਸੀਂ ਅਣਜਾਣੇ ਦੇ ਵਿੱਚ ਕਰਦੇ। ਹਾਲੇਲੂਇਆ। ਤੁਹਾਨੂੰ ਪਤਾ ਮੈਨੂੰ ਕੈਥੋਲਿਕ ਦੇ ਨਾ ਇੱਕ ਦਵਾ ਬਹੁਤ ਵਧੀਆ ਲੱਗਦੀ, ਉਹ ਜਿਹੜੇ ਪਾਪ ਮੈਂ ਜਾਣ ਕੇ ਔਰ ਅਣਜਾਣੇ ਚ ਕੀਤੇ ਉਹਨਾਂ ਨੂੰ ਮਾਫ ਕਰ।
ਉਹ ਆ ਵਰਡ ਯੂਜ਼ ਕਰਦੇ ਹਨ। ਉਹ ਸਮਝੇ ਕਿ ਕੁਝ ਪਾਪ ਅਣਜਾਣੇ ਦੇ ਵਿੱਚ ਅਸੀਂ ਕਰਦੇ ਹਾਂ। ਹਾਲੇਲੂਇਆ। ਉਹਨਾਂ ਵਿੱਚੋਂ ਇੱਕ ਪਾਪ ਇਹ ਹੈ ਪੈਸੇ ਨੂੰ ਪ੍ਰੇਮ। ਹਾਲੇਲੂਇਆ। ਪੈਸੇ ਨੂੰ ਪ੍ਰੇਮ। और उस पाप तो मुक्त होना बहुत जरूरी है। हालेलुया। क्योंकि ਅੱਜ ਅਸੀਂ ਜਦ ਉਸ ਪਾਸੇ ਨੂੰ ਭੱਜ ਨਿਕਲੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਲਈ ਸਮਾਂ ਕੱਢ ਹੀ ਨਹੀਂ ਸਕਦੇ। ਹਾਲੇਲੂਇਆ। ਇੰਨਾ ਜ਼ਿਆਦਾ ਅਸੀਂ ਉਸ ਚੀਜ਼ ਦੇ ਵਿੱਚ ਇੰਡਲਜ ਹੋ ਗਏ ਹਾਂ। ਤੁਹਾਨੂੰ ਪਤਾ ਮੈਨੂੰ ਇੰਨੇ ਸਿਕਿਉਰਿਟੀ ਗਾਰਡ ਉੱਥੇ ਮਿਲਦੇ ਨਾ, ਸਾਡੇ ਪਾਰਟੀ ਗਾਰਡ ਆਉਂਦੇ ਜਦੋਂ ਪਾਰਟੀ ਹੁੰਦੀ ਨਾ, ਤਾਂ ਮੈਨੂੰ ਪਤਾ ਕੀ ਕਹਿੰਦੇ, ਭਾਜੀ ਸੰਡੇ ਦੀ ਸ਼ਿਫਟ ਮਿਲ ਜਾਊਗੀ, ਸੈਟਰਡੇ ਦੀ ਮਿਲ ਜਾਊਗੀ। ਮੈਂ 5 ਦਿਨ ਆਲਰੇਡੀ ਕੰਮ ਕਰਦੀ ਆ, ਪਰ ਨਾ ਵੀਕਐਂਡ ਦੇ ਉੱਤੇ ਮੈਨੂੰ ਪਾਰਟ ਟਾਈਮ ਕਿਤੇ ਦਵਾ ਦਿਓ, 2 ਦਿਨ ਦੀ ਸ਼ਿਫਟ ਮਿਲ ਜਾਵੇ। ਹਾਲੇਲੂਇਆ। ਭੁੱਖੇ ਹੋਰ ਪੈਸਾ 10 ਘੰਟੇ ਦੀ ਮਿਲ ਜਾਵੇ, 12 ਘੰਟੇ ਦੀ ਮਿਲ ਜਾਵੇ, 24 ਘੰਟੇ ਕਰਨ ਨੂੰ ਤਿਆਰ ਹਾਂ। ਹਾਲੇਲੂਇਆ। ਕਿਉਂ? ਪੈਸਾ 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 ਪੈਸਾ। ਹਾਲੇਲੂਇਆ। ਮੈਂ ਉੱਥੇ ਗਿਆ ਇੱਕ ਦਿਨ ਟਿਮ ਹਾਰਟਨ ਗਿਆ, ਤਾਂ ਉੱਥੇ ਇੱਕ ਵਿਅਕਤੀ ਖੜਾ, ਮੇਰੀ ਸਿਕਿਉਰਿਟੀ ਦੀ ਡਰੈਸ ਪਾਈ ਸੀਗੀ, ਚੰਗੀ ਉਮਰ ਉਹਦੀ, ਮੇਰੇ ਖਿਆਲ ਤੋਂ 50 ਦੀ ਉਮਰ ਹੋਣੀ ਆ ਉਹਦੀ। ਤਾਂ 50 ਦੀ ਉਮਰ ਦੇ ਵਿੱਚ ਉਹ ਉੱਥੇ ਮੈਨੂੰ ਪੁੱਛਦਾ ਪਿਆ, ਉਹਨੇ ਵੀ ਸਿਕਿਉਰਿਟੀ ਦੀ ਵਰਦੀ ਪਾਈ, ਤਾਂ ਮੈਨੂੰ ਕਹਿੰਦਾ ਕਿਹੜੀ ਕੰਪਨੀ ਨਾਲ? ਮੈਂ ਕਿਹਾ ਡਿਫੈਂਡਰ ਸਿਕਿਉਰਿਟੀ। ਅੱਛਾ ਇਹ ਤੁਹਾਡੇ ਪਾਰਟ ਟਾਈਮ ਜੌਬ ਹੈਗੀ ਆ ਸੈਟਰਡੇ ਸੰਡੇ ਦੀ ਸ਼ਿਫਟ? ਮੈਂ ਕਿਹਾ ਨਹੀਂ ਜੀ ਨਹੀਂ ਅਵੇਲੇਬਲ। ਕਹਿੰਦਾ ਮੈਂ ਸੈਟਰਡੇ ਸੰਡੇ ਵਿਹਲਾ ਹੁੰਦਾ ਆ, ਸੋਚਿਆ ਕੰਮ ਹੀ ਕਰ ਲਈਏ। ਹਾਲੇਲੂਇਆ। ਇੱਥੇ ਇਦਾਂ ਹੀ ਆ, ਬੰਦਾ ਸ਼ਾਮੀ ਵਿਹਲਾ ਹੁੰਦਾ ਨਾ, ਚਲੋ ਸਕਿਪ ਲਾਇਆ ਆਈਏ, ਗੱਡੀ ਦੇ ਉੱਤੇ ਜਾ ਕੇ ਫੂਡ ਡਿਲੀਵਰੀਆਂ ਕਰ ਆਈਏ, ਊਬਰ ਡਿਲੀਵਰੀਆਂ ਕਰ ਆਈਏ, ਊਬਰ ਰਾਈਡ ਚੱਕ ਲਈਏ। ਕਿਉਂ? ਪੈਸਾ। ਕਰਿਆ ਸੋਚਿਆ ਵਿਹਲੇ ਹਾਂ ਕਲਾਮ ਪੜ੍ਹ ਲਈਏ, ਵਿਹਲੇ ਹਾਂ ਪ੍ਰਾਰਥਨਾ। ਉਹਦਾ ਕਹਿਣਾ ਤਾਂ ਨਹੀਂ ਚੰਗਾ ਲੱਗਦਾ ਕਿ ਵਿਹਲੇ ਯਾਦ ਕਰ ਲਈਏ। ਸਾਡਾ ਵਿਹਲਾ ਸਮਾਂ ਪਰਮੇਸ਼ਰ ਲਈ ਨਹੀਂ ਹੋਣਾ ਚਾਹੀਦਾ, ਸਾਡਾ ਕੀਮਤੀ ਸਮਾਂ ਪਰਮੇਸ਼ਰ ਲਈ ਹੋਣਾ ਚਾਹੀਦਾ। ਤੁਹਾਨੂੰ ਪਤਾ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜਦ ਤੂੰ ਮੇਰੇ ਭਵਨ ਦੇ ਵਿੱਚ ਭੇਟ ਲੈ ਕੇ ਆਵੇ, ਚਾਹੇ ਬੱਕਰਾ ਸ਼ਿਤਰਾ ਭੇਡ ਹੋਵੇ, ਬਲਦ ਹੋਵੇ, ਉਹ ਬਿਲਕੁਲ ਨਿਰੋਗ ਹੋਵੇ, ਉਹਦੇ ਵਿੱਚ ਕੋਈ ਵੀ ਕਮੀ ਨਾ ਹੋਵੇ, ਦਾਗ ਧੱਬਾ ਨਾ ਹੋਵੇ, ਏਦਾਂ ਦੀ ਭੇਂਟ ਮੰਗਦਾ। ਔਰ ਅਸੀਂ ਆਪਣਾ ਵਿਹਲਾ ਸਮਾਂ ਪਰਮੇਸ਼ਰ ਨੂੰ ਦੇਣਾ ਪਸੰਦ ਕਰਦੇ, ਕਈ ਉਹ ਵੀ ਨਹੀਂ ਦਿੰਦੇ। ਹਾਲੇਲੂਇਆ। ਹਾਲੇਲੂਇਆ। ਫਿਰ ਅਸੀਂ ਉਹਦੇ ਕੋਲ ਕੀ ਸੋਚਦੇ ਹਾਂ ਕਿ ਕੀ ਮਿਲੇਗਾ। ਅੱਜ ਸਮੱਸਿਆ ਕੀ ਆ ਗਈ ਕਿ ਅਸੀਂ ਪਰਮੇਸ਼ਰ ਦੀ ਬਰਕਤ ਨੂੰ ਨਾ ਪੈਸਾ ਸਮਝਦੇ ਕਿ ਜੇ ਪੈਸਾ ਆ ਰਿਹਾ ਹੈ, ਨੌਕਰੀ ਮਿਲ ਰਹੀ ਹੈ, ਇਹ ਪਰਮੇਸ਼ਰ ਦੀ ਬਰਕਤ ਹੈ। ਭੈਣੋ ਔਰ ਭਾਈਓ, ਤੁਸੀਂ ਅੱਜ ਵੀ ਪੁਰਾਣੇ ਨਿਯਮ ਦੇ ਵਿੱਚ ਜੀ ਰਹੇ ਹੋ। ਹਾਲੇਲੂਇਆ। ਬਾਈਬਲ ਕਹਿੰਦਾ ਹੈ ਜੇ ਪੁਰਾਣਾ ਨਿਯਮ ਸੰਪੂਰਨ ਹੁੰਦਾ ਤਾਂ ਨਵੇਂ ਦੀ ਲੋੜ ਨਾ ਪੈਂਦੀ। ਹਾਲੇਲੂਇਆ। ਪ੍ਰਭੂ ਯਿਸੂ ਕਹਿੰਦੇ ਪੁਰਾਣੇ ਨਿਯਮ ਚ ਕਿਹਾ ਗਿਆ ਸੀ ਅੱਖ ਦੇ ਬਦਲੇ ਅੱਖ, ਪਰ ਮੈਂ ਤੁਹਾਨੂੰ ਕਹਿੰਦਾ ਹਾਂ ਤੁਹਾਡੇ ਇੱਕ ਮੂੰਹ ਤੇ ਕੋਈ ਥੱਪੜ ਮਾਰਦਾ ਹੈ, ਦੂਜਾ ਅੱਗੇ ਕਰ ਦਿਓ। ਚੇਂਜ ਕਰ ਦਿੱਤਾ ਪੁਰਾਣਾ ਨਿਯਮ। ਕਹਿੰਦੇ ਪੁਰਾਣੇ ਚ ਕਿਹਾ ਸੀ ਜੇ ਤੂੰ ਕਿਸੇ ਹੋਰ ਤੀਵੀਂ ਦੇ ਨਾਲ ਵਿਚਾਰ ਕਰਦਾ ਹੈ ਤਾਂ ਤੂੰ ਦੋਸ਼ੀ ਹੈ, ਪਰ ਮੈਂ ਕਹਿੰਦਾ ਜੇ ਤੂੰ ਕਿਸੇ ਵੱਲ ਗਲਤ ਨਿਗਾਹ ਨਾਲ ਦੇਖ ਲਵੇ ਤਾਂ ਉਹਦੇ ਨਾਲ ਵਿਚਾਰ ਕਰ ਦਿੱਤਾ। ਪੁਰਾਣੇ ਨਿਯਮ ਚੋਂ ਕੱਢ ਕੇ ਨਵੇਂ ਵੱਲ ਲੈ ਕੇ ਆ ਰਿਹਾ ਹੈ, ਕਿਉਂਕਿ ਪੁਰਾਣੇ ਨਿਯਮ ਦੇ ਵਿੱਚ ਉਹ ਲੋਕ ਇਹਨਾਂ ਚੀਜ਼ਾਂ ਤੇ ਜਿੱਤ ਨਹੀਂ ਸੀ ਪ੍ਰਾਪਤ ਕਰ ਪਾ ਰਹੇ, ਕਿਉਂਕਿ ਆਪਣੇ ਜ਼ੋਰ ਨਾਲ ਕਰ ਰਹੇ ਸੀ। ਨਵੇਂ ਨਿਯਮ ਚ ਪ੍ਰਭੂ ਯਿਸੂ ਕਹਿੰਦੇ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਵਸਾਵਾਂਗਾ। ਹਾਲੇਲੂਇਆ। ਪੁਰਾਣੇ ਨਿਯਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਉਹ ਇਕੱਲੇ ਖਿੱਚਣ ਦੀ ਕੋਸ਼ਿਸ਼ ਕਰਦੇ ਸੀ। ਹਾਲੇਲੂਇਆ। ਹੁਣ ਸੋਚੋ ਜੂਆ ਹੁੰਦਾ ਨਾ, ਜੂਆ, ਯਿਸੂ ਕਹਿੰਦੇ ਮੇਰਾ ਜੂਆ ਆਪਣੇ ਉੱਤੇ ਲੈ ਲਓ। ਯਿਸੂ ਨੇ ਆ ਨਹੀਂ ਕਿਹਾ ਕਿ ਮੇਰਾ ਜੂਆ ਮੇਰੇ ਉੱਤੇ ਲਾ ਕੇ ਆਪਣੇ ਉੱਤੇ ਲੈ ਲੈ। ਸੁਣੋ ਠੀਕ ਆ, ਖੇਤ ਦੇ ਵਿੱਚ ਤੁਸੀਂ ਸਹਿਕਰਮੀ ਹੋ ਲਿਖਿਆ ਹੈ। ਪ੍ਰਭੂ ਯਿਸੂ ਮਸੀਹਾ ਨੇ ਨਵੇਂ ਨਿਯਮ ਦੇ ਵਿੱਚ ਕੀ ਕਿਹਾ? ਕਹਿੰਦੇ ਮੈਂ ਦੇਖਿਆ ਤੂੰ ਕੱਲਾ ਜੂਆ ਖਿੱਚ ਰਿਹਾ ਸੀ ਔਰ ਤੇ ਕੋ ਖਿੱਚਿਆ ਨਹੀਂ ਜਾ ਰਿਹਾ ਸੀ। ਯਿਸੂ ਆਏ, ਜੂਏ ਦਾ ਦੂਜਾ ਪਾਸਾ ਆਪਣੇ ਉੱਤੇ ਰੱਖਿਆ, ਕਹਿੰਦੇ ਆਓ ਅਸੀਂ ਰਲ ਕੇ ਹੁਣ ਖਿੱਚਾਂਗੇ। ਹਾਲੇਲੂਇਆ। ਤੈਨੂੰ ਮੈਂ ਰਲ ਕੇ ਪਾਪਾਂ ਦੇ ਉੱਤੇ ਜਿੱਤ ਕਰਾਉਂਗਾ। ਥੈਂਕ ਯੂ ਜੀਸਸ। ਰਲ ਕੇ ਪੈਸੇ ਦੇ ਜੋ ਧਨ ਦਾ ਲੋਭ ਹੈ ਉਹਦੇ ਤੇ ਤੈਨੂੰ ਜਿੱਤਣਾ ਸਿਖਾਵਾਂਗਾ। ਥੈਂਕ ਯੂ ਲਾਰਡ। ਪੁਰਾਣੇ ਨਿਯਮ ਦੇ ਵਿੱਚ ਇਕੱਲੇ ਜ਼ੋਰ ਲਗਾਉਂਦੇ ਸੀ, ਕਰ ਨਹੀਂ ਪਾਉਂਦੇ ਸੀ, ਇਸੇ ਕਰਕੇ ਉਹਨਾਂ ਲਈ ਕਾਨੂੰਨ ਵੀ ਉਦਾਂ ਦੇ ਸੀ। ਨਵੇਂ ਨਿਯਮ ਦੇ ਵਿੱਚ ਕਾਨੂੰਨ ਸਖਤ ਹੋਏ ਕਿਉਂਕਿ ਹੁਣ ਤੁਸੀਂ ਇਕੱਲੇ ਨਹੀਂ, ਯਿਸੂ ਕਹਿੰਦੇ ਮੈਂ ਤੇਰੀ ਮਦਦ ਕਰੂੰਗਾ। ਹਾਲੇਲੂਇਆ। ਹਾਂ ਅਸੀਂ ਰਲ ਕੇ ਇਹਦੇ ਚੋਂ ਨਿਕਲਦੇ। ਹਾਲੇਲੂਇਆ। ਕਿੰਨਾ ਚੰਗਾ। ਹੁਣ ਫੋਰ ਐਗਜ਼ਾਮਪਲ ਸੈਮ ਕੋਈ ਭਾਰੀ ਚੀਜ਼ ਇੱਥੇ ਖਿੱਚਣ ਦੀ ਕੋਸ਼ਿਸ਼ ਕਰਦਾ ਹੈ, ਇਹਦੇ ਕੋਲ ਖਿੱਚ ਨਹੀਂ ਹੋਣੀ, ਤਾਂ ਜਦ ਡੈਡੀ ਆਵੇਗਾ, ਡੈਡੀ ਦੇਖਾ, ਡੈਡੀ ਕਹੂਗਾ ਆ ਬੇਟਾ
रल के खिंचा। जब डैडी ने एक हाथ नाल ला दिता तो वो बाल्टी ऊपर। हालेलुया, ये है नवा नियम। हालेलुया, पर अज भी असी पुराने नियम दे विच हां। प्रभु यीशु दा उत्थे लिखा कहंदा ओदा नाम यीशु रखी, वो तुहानू तुहाडे पापां तो छुड़ावे। हालेलुया, धन दा लोभ जो है वो एक पाप है। हालेलुया, धन गलत नहीं है, सुनिए, धन पाप नहीं है, पर धन दा लोभ पाप है। हालेलुया, प्रभु यीशु मसीह ने भी अपने समय दे विच धन दा इस्तेमाल कीता। लोकां ने यीशु मसीह नू तोहफे दिते, उन्हां नू प्रभु यीशु मसीह दी सेवकाई दे लई जरूर उन्हां नू दिंदे सीगे, ऑफरिंग्स वो लेंदे सीगे, पर धन दा लोभ जो है वो पाप है। हालेलुया, जब प्रभु यीशु मसीह को धन आंदा है, प्रभु यीशु कहने जाओ गरीबां दे विच मदद करो। हालेलुया, किद्दां पता है? तुसीं कहंदे होगे कित्थे लिखिया है, तुहानू पता? जब प्रभु यीशु मसीह लास्ट मेज दे उत्ते अपने चेलियां नाल बैठे तो यीशु जी यहूदा नू कहंदे, यहूदा जो करना है ना छेती कर। तो कहंदे लागे बैठे चेले कहंदे या तो यीशु मसीह ने कहा होगा यहूदा ने कोई जा जेड़ी साडे लोड़ दियां चीज़ां, लोड़ दियां कहंदे लोड़ दियां चीज़ां लेके आ, या पैसे गरीबां च वंड। हालेलुया, यीशु मसीह दी सेवकाई च जेड़ा पैसा हुंदा सी ना, दो चीज़ां च इस्तेमाल करदे सी। किहड़ियां दो चीज़ां? अपने रोज दी चीज़ां, जरूरत दी चीज़ां, फॉर एग्जाम्पल खाना हो गया है ना, कपड़े किसी नूं जरूरत है वो ले ले, तो दूजा गरीबां दी जेड़े होर गरीब लोग सी। हालेलुया, एक व्यक्ति आया, धनी व्यक्ति, यीशु नूं आके कहंदा स्वर्ग जाण लई की करा? यीशु कहंदे 10 हुकम मन। कहंदा सारे मनदा। हालेलुया, और देखो यीशु दे अगे झूठ नहीं बोल सकदे, क्योंकि सब नूं पता सी नबी है। नबियां दी आत्मा दे द्वारा उन्हें पता है कि नबूवत दा वरदान है, यीशु नूं सब पता लग जाता है, वो झूठ नहीं बोल रहा सी। कहंदे यीशु ने उन्होंने की कीता? प्रेम कीता, उन्होंने प्रेम कीता। फिर कहंदे सज्जन तेरे विच एक चीज दी घट, एक चीज दी कमी ना। हालेलुया, वो कहंदा की? यीशु कहंदे अपना सब कुछ बेच और गरीबां च वंड। हुण सोचो अज दा पादरी हुंदा, उन्हें कहना अपना सब कुछ बेच और सेवकाई दे विच ले आ, परमेश्वर दे काम दे इस्तेमाल करो। अपना एक प्लाट बेचो और परमेश्वर दे राज दे लिए काम करो, ओदी सेवकाई मैनू दवो। हालेलुया, पर यीशु कहंदे अपना सब कुछ बेच, गरीबां च वंड दे, मेरे पीछे होला स्वर्ग राज तेरे लिए होगा। और उत्थे लिखिया वो मायूस होके चले। हुण अज जे यीशु आही गल साडे विचों किसी एक नूं कह देवे, हालेलुया, सोचो प्रभु यीशु ने तुहानू कह दे अपना सब कुछ बेच, जिन्ना कुछ है सब बैंक बैलेंस जो है ना गरीबां च वंड दे। आ ना सोचो करेगा नहीं। अब्राहम ने कहता ही कहना अपना जो इकलौता है ना कुर्बान कर। वो देखना चाहता तुहाडी कितनी कुर्बानी। सोचो जो उन्हें कह दिता, हिम्मत है? हिम्मत है खड़े होने दी कि उस जवान की तरह मायूस होके जावांगे कि नहीं या तो प्रभु यीशु मसीह ने औखा काम किया। हालेलुया, मैं कहता हाँ अद्धे तो ज्यादा लोग ना चले जाएंगे, अद्धे तो ज्यादा। अज जी कलीसियां है ना एडी वड्डी वड्डियां, ठीक है, उन्होंने एक दिन कह दो भाई पैसा पूसा कुछ नहीं देना यीशु ने, अगले दिन चर्च आ जाए इस करके आ। उन्होंने कहो जी कनेडा दे वीजे यीशु नहीं दिंदा, वो अंबैसी दिंदी आ, यीशु स्वर्ग दा वीजा दिंदा होना है। उन्होंने कहना स्वर्ग ने देखा जी असीं तां कनेडा देखा। हालेलुया, अद्धे तो ज्यादा मुड़ जाएंगे। क्यों? क्योंकि साडा स्वामी जो है वो धन है, साडा स्वामी जो है वो दुनिया है। कहने वो मायूस होके चला गया। ਉਹਦੇ ਤੋਂ ਬਾਅਦ ਚੇਲਿਆਂ ਨੂੰ ਯीशु ਕਹਿੰਦੇ स्वर्ग ਦੇ ਰਾਜ ਦੇ ਵਿੱਚ ਧਨੀ ਦਾ ਵੜਨਾ। ਸੁਣੋ, ਧਨੀ ਅਬਰਾਹਮ ਵੀ ਸੀ। ਕਿਹੜੇ ਧਨੀ ਦੀ ਗੱਲ ਕਰਦੇ ਪਏ? ਅਬਰਾਹਮ ਵਾਲੇ ਧਨੀ ਦੀ ਨਹੀਂ, ਉਹ ਸਭ ਕੁਝ ਲੁਟਾਉਣ ਲਈ ਤਿਆਰ ਸੀਗਾ, ਪਰ ਉਸ ਧਨੀ ਦੀ ਗੱਲ ਕਰਦੇ ਪਏ ਹਾਂ ਜਿਹੜਾ ਧਨ ਨਾਲ ਪਿਆਰ ਕਰਦਾ ਹੈ। ਉਹ ਵਿਅਕਤੀ, ਇਹਨੂੰ ਮੈਂ ਕੋਟ ਕਰਕੇ ਕਹਿੰਦਾ ਹਾਂ, ਪ੍ਰਭੂ ਯੀਸ਼ੂ ਕਹਿੰਦੇ स्वर्ग ਰਾਜ ਦੇ ਵਿੱਚ ਧਨ ਨੂੰ ਪਿਆਰ ਕਰਨ ਵਾਲੇ ਵਿਅਕਤੀ ਦਾ ਵੜਨਾ ਉਨਾ ਹੀ ਔਖਾ ਹੈ ਜਿੰਨਾ ਸੂਈ ਦੇ ਨੱਕੇ ਦੇ ਵਿੱਚੋਂ ਊਂਠ ਦਾ ਲੰਘਣਾ। ਹਾਲੇਲੂਇਆ, ਹਾਲੇਲੂਇਆ। ਫੇਰ ਚੇਲੇ ਕਹਿੰਦੇ ਫੇਰ ਸਵਰਗ ਵਿੱਚ ਕੌਣ ਜਾਵੇਗਾ? ਏਦਾਂ ਦਾ ਕੋਈ ਨਹੀਂ, ਸਾਡੇ ਵੀ ਦਿਮਾਗ 'ਚ ਆਇਆ ਹੋਵੇਗਾ, ਫੇਰ ਤਾਂ ਕੋਈ ਵੀ ਨਹੀਂ ਜਾਵੇਗਾ। ਫਿਰ ਯੀਸ਼ੂ ਕਹਿੰਦੇ
ਜੋ ਇਨਸਾਨ ਤੋਂ ਨਹੀਂ ਹੋ ਸਕਦਾ ਉਹ ਪਰਮੇਸ਼ਰ ਤੋਂ। ਹੁਣ ਇਹਨੂੰ ਵੀ ਮਿਸਕੋਟ ਕਰਦੇ ਹਾਂ ਅਸੀਂ, ਇਹਨੂੰ ਗਲਤ ਮਤਲਬ ਕੱਢਦੇ ਹਾਂ ਕਿ ਪਰਮੇਸ਼ਰ ਕਹਿੰਦਾ ਪਿਆ ਜੇ ਧਨ ਦਾ ਲੋਭੀ ਹੈਗਾ ਉਹਨੂੰ ਵੀ ਲੈ ਜਾਊਗਾ ਕਿ ਇਨਸਾਨ ਆਪ ਨਹੀਂ ਵੜ ਸਕਦਾ ਪਰ ਪਰਮੇਸ਼ਰ ਉਹਨੂੰ ਵੀ ਲੈ ਜਾਏਗਾ। ਨਹੀਂ ਨਹੀਂ ਨਹੀਂ, ਪਰਮੇਸ਼ਰ ਕਹਿੰਦਾ ਧਨ ਦਾ ਲੋਭ ਛੱਡਣ ਦੇ ਵਿੱਚ ਮੈਂ ਮਦਦ ਕਰ ਸਕਦਾ। ਹਾਲੇਲੂਇਆ। ਕਿਉਂਕਿ ਚੇਲਿਆਂ ਦੀ ਦਮਾਸੀ ਫੇ ਧਨ ਦਾ ਲੋਭ ਕਿੱਦਾਂ ਖਤਮ ਹੋਵੇਗਾ? ਤੇ ਯਿਸੂ ਕਹਿੰਦੇ ਜੋ ਇਨਸਾਨ ਤੋਂ ਨਹੀਂ ਹੋ ਸਕਦਾ ਉਹ परमेश्वर तो हो सकता। हालेलुया। गीत गा सी ना तो बल से ना शक्ति से पर तेरे आत्मा के द्वारा। हालेलुया। सब कुछ हो सकता है, सब कुछ। हालेलुया। तो लिखा है, हाँ जी आगे पढ़ो। इसलिए मैं तुमसे कहता हूँ कि अपने प्राण के लिए ये चिंता ना करना कि हम क्या खाएंगे और क्या पिएंगे और ना अपने शरीर के लिए कि क्या पहने। ਹੁਣ ਸੁਣੋ ਅੱਗੇ ਪ੍ਰਭੂ ਯਿਸੂ ਮਸੀਹ ਸਾਡੇ ਸਵਾਲਾਂ ਦੇ ਅੱਜ ਜਵਾਬ ਦੇ ਰਿਹਾ ਹੈ। ਜੇ ਅਸੀਂ ਧਨ ਨਾਲ ਪਿਆਰ ਨਹੀਂ ਕਰਾਂਗੇ ਤਾਂ ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ, ਕਿੱਥੇ ਰਵਾਂਗੇ, ਕਿੱਥੇ ਜਾਵਾਂਗੇ, ਕਿੱਦਾਂ ਸਰੇਗਾ? ਯਿਸੂ ਅੱਗੇ ਕਹਿੰਦੇ ਪਏ ਹਨ, ਕਹਿੰਦੇ ਆਪਣੇ ਮਨ ਦੇ ਵਿੱਚ ਮੇਰੇ ਬੱਚਿਓ ਚਿੰਤਾ ਨਾ ਕਰੋ। ਮੈਂ ਤੁਹਾਨੂੰ 5 ਦਿਨ 6 ਦਿਨ ਦਿੱਤੇ ਹਨ ਕੰਮ ਕਰਨ ਲਈ, ਠੀਕ ਹੈ, ਕਰੋ। ਹਾਲੇਲੂਇਆ ਹਾਲੇਲੂਇਆ। पर कहता आ चिंता ना करो कि सरेगा किवें। हालेलुया। परमेश्वर कहता है मैं इंतजाम कर, कहते उन्हें चिड़ियां दे वाल देखो। हालेलुया। हुण सवाल ये है, हालेलुया, परमेश्वर कहता इन्हां चिड़ियां वाल देखो, ना बीज दियां ना बोंदियां पर परमेश्वर इंतजाम करदा। तुहानूं पता वो क्यों नहीं दुखी है? क्योंकि उन्हां दे विच लालच नहीं। हालेलुया। क्योंकि ਉਹਨਾਂ ਦੇ ਵਿੱਚ ਈਰਖਾ ਨਹੀਂ ਹੈ, ਉਹਨਾਂ ਦੇ ਵਿੱਚ ਦਿਖਾਵਾ ਨਹੀਂ। ਹਾਲੇਲੂਇਆ। ਇੱਕ ਚਿੜੀ ਦੂਜੀ ਚਿੜੀ ਨੂੰ ਦਿਖਾਉਣ ਦੇ ਲਈ ਆਪਣਾ ਆਲਣਾ ਵੱਡਾ ਨਹੀਂ ਕਰਦੀ, ਇਸ ਕਰਕੇ ਉਹ ਖੁਸ਼ ਹੈ। ਉਹ ਆਲਣਾ ਸਿਰਫ ਇਸ ਕਰਕੇ ਬਣਾਉਂਦੀ ਹੈ ਕਿ ਮੈਂ ਉਹਦੇ ਵਿੱਚ ਆਂਡੇ ਦੇ ਸਕਾਂ, ਆਪਣੇ ਬੱਚਿਆਂ ਦੀ ਪ੍ਰਤਿਪਾਲ ਕਰ ਸਕਾਂ। ਹਾਲੇਲੂਇਆ। ਹਾਲੇਲੂਇਆ। ਉਹ ਦੂਜੀ ਚਿੜੀ ਨੂੰ ਦਿਖਾਉਣ ਦੇ ਲਈ ਆਪਣਾ ਆਲਣਾ ਮਾਰਬਲ ਦਾ ਨਹੀਂ ਬਣਾਉਂਦੀ। ਹਾਲੇਲੂਇਆ। ਜੇ ਮਾਰਬਲ ਇਕੱਠਾ ਕਰਨ ਲੱਗ ਪਈ ਫੇਰ ਤਾਂ ਪੰਗਾ ਪਵੇਗਾ ਨਾ। ਹਾਲੇਲੂਇਆ। ਅੱਜ ਪੰਗਾ ਕੀ ਹੈ? ਪਰਮੇਸ਼ਰ ਸਾਡੀ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ ਔਰ ਉਹ ਕਰਦਾ ਵੀ ਹੈ, ਪਰ ਪੰਗਾ ਇਹ ਹੈ ਅਸੀਂ ਲੋੜਾਂ ਜ਼ਰੂਰਤਾਂ ਤੋਂ ਵੱਧ ਕੇ ਲਗਜ਼ਰੀ ਦੇ ਵੱਲ ਹੋ ਤੁਰੇ। ਹਾਲੇਲੂਇਆ। ਸਾਡਾ ਟੀਚਾ ਕੀ ਹੈ? ਸਾਡਾ ਟੀਚਾ ਕੀ ਹੈ? ਜਿਹੜੇ ਉਹ ਕੀ ਉਹਨਾਂ ਨੂੰ ਕੀ ਕਹਿੰਦੇ ਯਾਰ, ਜਿਹੜੇ ਉਹ ਹੁੰਦੇ ਆ ਪਿੰਡਾਂ ਦੇ ਵਿੱਚ ਕਹਿੰਦੇ ਨਾ, ਜਿਹੜੇ ਜਦੋਂ ਚਾਚੇ ਤਾਏ ਹੁੰਦੇ ਜਿਹੜੇ ਸਾਡੇ ਸ਼ਰੀਕ ਸਾਡੇ ਹੁੰਦੇ ਜਿਹੜੇ ਉਹਨਾਂ ਟਿਕਟੌਕ ਬੜਾ ਚੱਲਿਆ ਸੀਗਾ। ਟਿਕਟੌਕ ਦੇ ਉੱਤੇ ਨਾ ਇੱਕ ਆਡੀਓ ਬਹੁਤ ਚੱਲੀ ਸੀ, ਸ਼ਰੀਕੋ ਹੋਰ ਸੜੋ। ਹਾਲੇਲੂਇਆ। ਅੱਜ ਪੰਗਾ ਕੀ ਹੈ? ਅਸੀਂ ਸਿਰਫ ਸ਼ਰੀਕਾਂ ਨੂੰ ਸਾੜਨਾ ਚਾਹੁੰਦੇ ਹਾਂ, ਅਸੀਂ ਲੋਕਾਂ ਨੂੰ ਜਲਾਉਣਾ ਚਾਹੁੰਦੇ ਹਾਂ। ਉਸ ਕਰਕੇ ਫਿਰ ਅਸੀਂ ਕਹਿੰਦੇ ਹਾਂ ਅੱਛਾ ਇੰਡੀਆ ਦੇ ਵਿੱਚ ਇਹਨੇ ਵਰਨਾ ਲਈ ਹੈ, ਮੈਂ ਹੁਣ ਦੇਖੀ BMW ਲਾਉਂਗਾ। ਹਾਲੇਲੂਇਆ। ਮੈਂ ਹੁਣ ਮਰਸੀਡੀਜ਼ ਲਾਉਂਗਾ, ਫਿਰ ਉਹਦੇ ਤੋਂ ਬਾਅਦ ਮੈਂ ਹੁਣ ਜੇ ਮਰਸੀਡੀਜ਼ ਲਾਉਂਗਾ ਤਾਂ ਫਿਰ AMG ਲਾਉਂਗਾ। ਹਾਲੇਲੂਇਆ। ਵੱਧਦਾ ਜਾਣਾ, ਵੱਧਦਾ ਜਾਣਾ। ਹਾਲੇਲੂਇਆ। ਜਦ ਲਾਲਸਾਵਾਂ ਵੱਧਦੀਆਂ ਹਨ ਤਾਂ ਫਿਰ ਤੁਸੀਂ ਦੁੱਖਾਂ ਦੇ ਵਿੱਚ ਪੈਂਦੇ ਹੋ। ਹਾਲੇਲੂਇਆ। ਪ੍ਰਭੂ ਯਿਸੂ ਕਹਿੰਦੇ ਉਹ ਤੇਰੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ। ਹਾਲੇਲੂਇਆ। ਹੀ ਵਿਲ ਪ੍ਰੋਵਾਈਡ ਯੋਰ ਨੀਡਸ। ਬਾਈਬਲ ਦੇ ਆਪਾਂ ਬੜੇ ਕੋਟ ਕਰਦੇ ਹੈਗੇ, ਵਚਨ ਪਾਦਰੀ ਲੋਕ ਵੀ ਕਰਦੇ, ਦੂਜੇ ਵੀ ਕਰਦੇ। ਜੰਗਲ ਦੇ ਵਿੱਚ ਸ਼ੇਰ ਬੱਚੇ ਤਾਂ ਭੁੱਖੇ ਹੋ ਸਕਦੇ, ਪਰ ਪਰਮੇਸ਼ਰ ਦੇ ਖਾਦਮਾਂ ਨੂੰ ਕਿਸੇ ਚੰਗੀ ਵਸਤੂ ਦੀ ਘਾਟ ਨਹੀਂ ਹੁੰਦੀ। ਹੁਣ ਦੇਖੋ ਸ਼ੇਰਾਂ ਦੇ ਨਾਲ ਕੰਪੇਅਰ ਕੀਤਾ। ਸ਼ੇਰਾਂ ਦੀ ਲੋੜ ਕੀ ਹੈ? ਖਾਣਾ। ਹਾਲੇਲੂਇਆ। ਗੁਫਾ 'ਚ ਰਹਿੰਦੇ ਔਰ ਖਾਂਦੇ ਆ। ਪਰਮੇਸ਼ਰ ਉਹਨਾਂ ਦੇ ਲਈ ਭੋਜਨ ਕਰਦਾ ਹੈ, ਪ੍ਰੋਵਾਈਡ ਕਰਦਾ ਹੈ। ਹਾਲੇਲੂਇਆ। ਤਾਂ ਉਸੇ ਤਰ੍ਹਾਂ ਪਰਮੇਸ਼ਰ ਦੇ ਖਾਦਮਾਂ ਲਈ ਕਰੇਗਾ। ਪਰ ਹੁਣ ਜੇ ਪਰਮੇਸ਼ਰ ਦਾ ਖਾਦਮ ਕਹੇ ਕਿ ਨਹੀਂ ਬਈ ਭੋਜਨ ਕੱਪੜਾ ਤਾਂ ਠੀਕ ਹੈਗਾ, ਪਰ ਗੱਡੀ ਵੀ ਚਾਹੀਦੀ ਹੈ ਵੱਡੀ। ਗੱਡੀ ਵੀ ਚਾਹੀਦੀ ਕਿਹੜੀ? ਵੱਡੀ, ਛੋਟੀ ਨਹੀਂ, ਵੱਡੀ ਚਾਹੀਦੀ ਆ। ਹਾਲੇਲੂਇਆ। ਹਾਲੇਲੂਇਆ। ਫੇਰ ਤਾਂ ਪੰਗਾ ਹੈ ਨਾ। ਚਰਚ ਦੇ ਵਿੱਚ ਬੰਦੇ ਹੋਣਗੇ 100, ਪਰ ਚਰਚ ਚਾਹੀਦਾ ਸਾਨੂੰ 2 ਖੇਤਾਂ ਦਾ।
हालेलुया। क्यों हुई? हालेलुया। समस्या यही है, ਸਾਡੇ ਵਿੱਚ ਧਨ ਦਾ ਲੋਭ ਹੈ। ਅਸੀਂ ਧਨ ਨੂੰ ਸਵਾਮੀ ਬਣਾ ਲਿਆ, ਅਸੀਂ ਪ੍ਰਤਿਸ਼ਠਾ ਨੂੰ, ਠੀਕ ਹੈ, ਸਾਡੀ ਇੱਜ਼ਤ ਹੋਣੀ ਚਾਹੀਦੀ, ਸਾਡਾ ਆਦਰ ਹੋਣਾ ਚਾਹੀਦਾ, ਆਪਣੀ ਮਹਿਮਾ ਕਰਾਉਣ ਦੇ ਲਈ ਅਸੀਂ ਇਹ ਸਭ ਕੁਝ ਕਰਦੇ ਹਾਂ। ਹਾਲੇਲੂਇਆ। ਕਹਿੰਦਾ ਉਹਨਾਂ ਚਿੜੀਆਂ ਦੇ ਵੱਲ ਦੇਖੋ, ਨਾ ਬੀਜਦੀਆਂ ਨਾ ਬੋਂਦੀਆਂ, ਪਰਮੇਸ਼ਰ ਪ੍ਰਤਿਪਾਲ ਕਰਦਾ। ਕਿ ਤੁਸੀਂ ਉਹਨਾਂ ਤੋਂ ਵੱਧ ਕੇ ਨਹੀਂ, ਪਰਮੇਸ਼ਰ ਤੁਹਾਡੀ ਵੀ ਪ੍ਰਤਿਪਾਲ ਕਰੇਗਾ, ਪਰ ਤੁਸੀਂ ਆਪਣੀ ਜਾਨ ਨੂੰ ਦੁੱਖ ਚ ਪਾ ਕੇ ਬੈਠੇ ਹੋ ਕਿਉਂਕਿ ਤੁਸੀਂ ਧਨ ਦੇ ਲੋਭੀ ਹੋ ਗਏ। ਹਾਲੇਲੂਇਆ, 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 ਹਾਲੇਲੂਇਆ। ਮੈਂ ਵੀ ਇੱਥੇ ਫਸਿਆ ਹਾਂ, ਕੈਨੇਡਾ ਆਇਆ। ਹਾਲੇਲੂਇਆ, ਮੈਂ ਵੀ ਇੱਦਾਂ ਫਸਿਆ। ਤੁਸੀਂ ਸੋਚ ਨਹੀਂ ਸਕਦੇ ਕਿੰਨੀ ਆਰਾਮਦਾਇਕ ਜੀਵਨ ਸੀ ਮੇਰਾ। ਦੇਖੋ ਸਾਡੇ ਕੋਲ ਉੱਥੇ ਆਪਣਾ ਘਰ ਹੈ। ਹਾਲੇਲੂਇਆ। ਮੈਂ ਹਸਪੀਟਲ ਗਵਰਨਮੈਂਟ ਸੀਗਾ, ਪਰ ਪੱਕੀ ਜੌਬ ਮੇਰੀ ਨਹੀਂ ਸੀ। 20,000 ਤੱਕ ਤਨਖਾਹ ਸੀਗੀ। ਹਾਲੇਲੂਇਆ। ਖਾਂਦਾ ਪੀਂਦਾ ਸੀ, ਸੌਂਦਾ ਸੀਗਾ, ਘਰ ਗੱਡੀ ਸੀ, ਸਭ ਕੁਝ ਸੀਗਾ। ਹਾਲੇਲੂਇਆ। ਕਹਿੰਦੇ ਨਾ ਆਪਣਾ ਘਰ, ਕਹਿੰਦੇ ਹੱਗ ਹੱਗ ਪਰ ਦੂਜੇ ਦੇ ਘਰ ਥੁੱਕਣ ਦਾ ਵੀ ਡਰ। ਹਾਲੇਲੂਇਆ। ਉਹ ਹਿਸਾਬ ਸੀਗਾ ਉੱਥੇ। ਕੀ ਹੁੰਦਾ ਸੀਗਾ ਐਨ। ਪਰ ਫਿਰ ਆਇਆ ਕੈਨੇਡਾ, ਕੈਨੇਡਾ, ਕੈਨੇਡਾ। ਇੱਥੇ ਆ ਕੇ ਕਿਰਾਇਆਂ ਤੇ ਧੱਕੇ ਖਾਂਦੇ ਪਏ ਜੀ। ਹਾਲੇਲੂਇਆ। ਉੱਥੇ ਤੁਹਾਨੂੰ ਪਤਾ ਸਾਲ ਦੇ ਵਿੱਚ ਦੋ ਤਿੰਨ ਵਾਰੀ ਸ਼ਿਮਲੇ ਜਾ ਕੇ ਆਈਦਾ ਹੁੰਦਾ ਸੀ ਅਸੀਂ ਛੁੱਟੀਆਂ ਲੈ ਕੇ। ਇੱਥੇ 3 ਸਾਲ ਹੋ ਗਏ ਟੋਰਾਂਟੋ ਡਾਊਨਟਾਊਨ ਨਹੀਂ ਜਾ ਹੋਇਆ। ਏਦਾਂ ਦੇ ਹਾਲਾਤ ਆ। ਹਾਲੇਲੂਇਆ, ਹਾਲੇਲੂਇਆ। ਏਦਾਂ ਦੇ ਹਾਲਾਤ ਆ ਕਿ ਧਨ ਦਾ ਲੋਭ ਸਮਝ ਬਾਅਦ ਚੋਂ ਆਇਆ। ਅੱਜ ਇਹ ਪ੍ਰਚਾਰ ਕਰ ਰਿਹਾ ਨਾ, ਤਾਂ ਪਹਿਲੋਂ ਮੈਨੂੰ ਇਸ ਪ੍ਰਚਾਰ ਨੇ ਸਮਝਾਇਆ ਕੁਝ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਲੋੜ ਨਹੀਂ ਸੀ। ਹਾਲੇਲੂਇਆ। ਜਿਨ੍ਹਾਂ ਨੂੰ ਲੋੜ ਸੀ ਉਹਨਾਂ ਦੀ ਗੱਲ ਅਲੱਗ ਹੈ। ਹੋ ਸਕਦਾ ਹੈ ਕੋਈ ਬਹੁਤ ਗਰੀਬੀ ਚ ਹੋਵੇ, ਹੋ ਸਕਦਾ ਹੈ ਕੋਈ ਪੜ੍ਹਿਆ ਲਿਖਿਆ ਨਾ ਹੋਵੇ, ਜਿਹਨੂੰ ਉੱਥੇ ਲੇਬਰ ਦੇ ਪੈਸੇ ਨਹੀਂ ਮਿਲਦੇ, ਇੱਥੇ ਲੇਬਰ ਦੇ ਪੈਸੇ ਥੋੜੇ ਜ਼ਿਆਦਾ ਆ। ਪਰ ਆਹ ਕਹਿਣਾ ਕਿ ਵੀ ਉੱਥੇ ਇੰਜੀਨੀਅਰਿੰਗ ਕਰਕੇ ਨੌਕਰੀਆਂ ਨਹੀਂ ਮਿਲਦੀ, ਸੌਰੀ ਟੂ ਸੇ, ਜੇ ਤੁਸੀਂ ਬੰਬੇ ਦਿੱਲੀ ਵੱਲ ਜਾਓ, ਉੱਥੇ ਮਲਟੀ ਨੈਸ਼ਨਲ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਅੱਜ ਵੀ ਆਪਣੇ ਇੰਡੀਅਨ ਉੱਥੇ ਕੰਮ ਕਰਦੇ ਹਨ। ਹਾਲੇਲੂਇਆ। ਪਰ ਤੁਹਾਨੂੰ ਪਤਾ ਉੱਥੇ ਦੇ ਇੰਜੀਨੀਅਰ ਆ ਕੇ ਇੱਥੇ ਕੀ ਕੰਮ ਕਰਦੇ ਹਨ? ਫੈਕਟਰੀ। ਉੱਥੇ ਦੇ ਨਰਸਿੰਗ ਵਾਲੇ ਇੱਥੇ ਆ ਕੇ ਕੀ ਕੰਮ ਕਰਦੇ ਹਨ? ਸਿਕਿਉਰਿਟੀ ਗਾਰਡ। ਹਾਲੇਲੂਇਆ। ਕੋਈ ਸ਼ਰਮ ਨਹੀਂ ਦੱਸਣ ਦੇ ਵਿੱਚ। ਹਾਲੇਲੂਇਆ। ਉੱਥੇ ਮੁੰਡਿਆਂ ਨੂੰ ਨਰਸ ਨਹੀਂ ਮੰਨਦੇ ਸੀ। ਮੈਨੂੰ ਪਤਾ ਉੱਥੇ ਡਾਕਟਰ ਕਹਿੰਦੇ ਹੁੰਦੇ ਸੀ। ਪੰਜਾਬ ਪੁਲਿਸ ਗੇਟ ਤੇ ਹੁੰਦੀ ਸੀ, ਜਦ ਮੈਂ ਐਂਟਰ ਕਰਦਾ ਸੀ ਉਹ ਕਹਿੰਦੇ ਡਾਕਟਰ ਸਾਹਿਬ ਏਦਾਂ ਕਹਿੰਦੇ ਹੁੰਦੇ ਸੀ। ਇੱਥੇ ਹੁਣ ਆਪ ਉਸ ਅਹੁਦੇ ਤੇ ਸ਼ਰਾਮ ਸ਼ਾਹ ਵਾਲੇ ਦੇ। ਹਾਲੇਲੂਇਆ। ਕਿਉਂ? ਧਨ ਦਾ ਲੋਭ। ਹਾਲੇਲੂਇਆ। ਧਨ ਦਾ ਲੋਭ। ਧਨ ਦਾ ਲੋਭ ਤੁਹਾਨੂੰ ਦੁੱਖਾਂ ਦੇ ਵਿੱਚ ਲੈ ਜਾਵੇਗਾ। ਜਦ ਤੁਸੀਂ ਆਪਣੀ ਖੁਆਇਸ਼ਾਂ ਨੂੰ ਵਧਾਓਗੇ ਇਸ ਦੁਨੀਆ ਦੇ ਉੱਤੇ, ਤਾਂ ਤੁਸੀਂ ਪਰਮੇਸ਼ਵਰ ਤੋਂ ਦੂਰ ਹੁੰਦੇ ਜਾਵੋਗੇ ਔਰ ਦੁੱਖਾਂ 'ਚ ਪੈਂਦੇ ਜਾਵੋਗੇ। ਹਾਲੇਲੂਇਆ। ਸਮਝਣਾ ਹੈ ਇਹਨਾਂ ਗੱਲਾਂ। एक आयत होर मेरे नाल खोलिए। थोड़ा जा सख्त जरूर है पर जरूरी है। हालेलुया। खोलिए मेरे नाल पहला तिमोथियस ओदा 6 अध्याय ओदी 9 तो पढ़ दी। 9 तो 11। पहला तिमोथियस 6 दी 9 तो 11। ठीक है जी, पढ़ दीजिए। ਪਰ ਉਹ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ। ਸੁਣੋ, ਕਹਿੰਦਾ ਉਹ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ। ਮੈਂ ਸਟਾਰਟਿੰਗ ਦੇ ਵਿੱਚ ਚਰਚ ਵਿੱਚ ਇੱਥੇ ਗਿਆ, ਤੁਹਾਨੂੰ ਪਤਾ ਚਰਚ ਬੜਾ ਸੋਚ ਕੇ ਚੁਣੋ ਜੀ, ਦਿਮਾਗ ਖਰਾਬ ਕਰ ਦਿੰਦਾ। ਹਾਲੇਲੂਇਆ। ਬਾਈਬਲ ਕਹਿੰਦਾ ਹੈ ਜਿੱਦਾਂ ਦਾ ਰਾਜਾ ਹੋਵੇਗਾ ਉਦਾਂ ਦੀ ਪ੍ਰਜਾ ਹੋ ਜਾਵੇਗੀ। ਜਦ ਦਾਊਦ ਰਾਜਾ ਸੀਗਾ ਤਾਂ ਜਿਹੜੀ ਪ੍ਰਜਾ ਸੀ ਉਹ ਸਭ ਪਰਮੇਸ਼ਰ ਦੇ ਨਾਮ ਤੋਂ ਡਰ ਮੰਨਦੇ ਸੀ, ਉਹ ਪਰਮੇਸ਼ਰ ਦੀ ਪੂਜਾ ਕਰਦੇ ਸੀ। ਜਦ ਸੁਲੇਮਾਨ ਰਾਜਾ ਆਇਆ ਉਹਨੇ ਆਪ ਵੀ ਮੂਰਤੀ ਪੂਜਾ ਕੀਤੀ ਔਰ ਸਾਰੀ ਪ੍ਰਜਾ ਕੋ ਮੂਰਤੀ ਪੂਜਾ ਕਰਾਈ। ਹਾਲੇਲੂਇਆ। ਸੋ ਸਟਾਰਟਿੰਗ ਦੇ ਵਿੱਚ ਇੱਕ ਚਰਚ ਮਿਲਿਆ, ਕਾਫੀ ਵੱਡਾ ਚਰਚ ਸੀਗਾ, ਵਧੀਆ ਡਰਮ ਸੈਟ, ਮਿਊਜ਼ਿਕ, ਸਭ ਕੁਝ ਵਧੀਆ ਸੀਗਾ। ਪਰ ਉਹਨਾਂ ਦੀ ਸਿੱਖਿਆ ਦੇ ਵਿੱਚ ਆ ਜ਼ਰੂਰ ਸੀਗਾ ਕਿ ਪਰਮੇਸ਼ਰ ਤੁਹਾਨੂੰ ਬਹੁਤ ਅਮੀਰ ਕਰਦਾ ਹੈ। ਹਾਲੇਲੂਇਆ। ਔਰ ਜਦ ਕੋਵਿਡ ਨਹੀਂ ਆਇਆ ਸੀਗਾ ਤਾਂ ਉਹਨਾਂ ਨੇ ਕਿਹਾ ਕੌਣ who want to be millionaire, ਤਾਂ ਸਭ ਨੇ ਹੱਥ ਖੜਾ ਕੀਤਾ। ਮੈਂ ਵੀ ਕੀਤਾ। मैं भी करोड़ापति होना चाहता हाँ। हालेलुया, हालेलुया। मैं भी करोड़ापति होना चाहता। हालेलुया। सवाल आ सीगा
ਨਵੇਂ ਸਾਲ ਦੇ ਵਿੱਚ ਪਰਮੇਸ਼ਰ ਰਸਤੇ ਖੋਲੇਗਾ, ਕਰੋੜਾਪਤੀ ਬਣਾਵੇਗਾ, ਆ ਕਰੇਗਾ ਉਹ ਕਰੇਗਾ। ਨਵੇਂ ਸਾਲ ਦੇ ਵਿੱਚ ਕੋਵਿਡ ਹੋ ਗਿਆ। ਰਿਐਲਿਟੀ ਹੈ, ਮੈਂ ਉੱਥੇ ਸੀ ਉਦੋਂ। ਨਵਾਂ ਸਾਲ ਚੜਿਆ, ਸਭ ਕੁਝ ਬੰਦ, ਕਰੋੜਾਪਤੀ ਵੀ ਰੋਡ ਤੇ ਆ ਗਏ। ਹਾਂ, ਪਰਮੇਸ਼ਰ ਨੇ ਸਾਨੂੰ ਡਿੱਗਣ ਨਹੀਂ ਦਿੱਤਾ, ਸਾਨੂੰ ਸੰਭਾਲ ਕੇ ਰੱਖਿਆ, ਪਰ ਕਰੋੜਪਤੀ ਨਹੀਂ ਬਣੇ। ਹਾਲੇਲੂਇਆ। ਸੋ ਭਵਿੱਖਬਾਣੀ ਪਰਮੇਸ਼ਰ ਵੱਲੋਂ ਸੀਗੀ। ਪਰਮੇਸ਼ਰ ਤੁਹਾਨੂੰ ਕਰੋੜਪਤੀ ਬਣਾਉਣ ਲਈ ਨਹੀਂ ਆਉਂਦਾ, ਪਰਮੇਸ਼ਰ ਤੁਹਾਨੂੰ ਪਵਿੱਤਰ ਬਣਾਉਣ ਲਈ ਆਉਂਦਾ। ਹਾਲੇਲੂਇਆ। ਪਵਿੱਤਰ ਆਤਮਾ ਤੁਹਾਨੂੰ ਪਵਿੱਤਰ ਬਣਾਉਣ ਲਈ ਆਉਂਦੀ ਹੈ। ਸਮਝਣਾ ਹੈ ਪ੍ਰਚਾਰ ਕੀ ਕਰ ਰਹੇ ਹਨ। ਤੁਹਾਨੂੰ ਪਤਾ ਬਾਈਬਲ ਦੇ ਵਿੱਚ ਪਿੱਛੇ ਜੇ ਅਸੀਂ ਉੱਥੇ ਸਾਰੇ ਸੀਗੇ ਕਿ ਮਹਿੰਗੇ ਕੱਪੜੇ ਪਾਉਣੇ ਚਾਹੀਦੇ। ਕਿੰਨਿਆਂ ਨੇ ਸੁਣਿਆ ਸੀ? ਹੱਥ ਖੜਾ ਕਰਕੇ ਦੱਸੋ। ਸਭ ਨੇ। ਪਾਸਟਰ ਦੀ ਡਰੈਸ ਜਿਹੜੀ ਹੈਗੀ ਹੈ ਕਹਿੰਦੇ ਸਭ ਤੋਂ ਮਹਿੰਗੀ ਸੀਗੀ। ਕਿੱਥੇ? ਪੁਰਾਣੇ ਨਿਯਮ ਦੇ ਵਿੱਚ। ਨਵੇਂ ਨਿਯਮ ਚ ਪਤਾ ਵਸਤਰਾਂ ਬਾਰੇ ਕੀ ਲਿਖਿਆ ਹੋਇਆ? ਪੜ੍ਹ ਕੇ ਦੇਖੋ। ਉੱਥੇ ਲਿਖਿਆ ਤੁਹਾਡਾ ਸਜਾਵਟ ਜਿਹੜਾ ਹੈਗਾ ਉਹ ਬਾਹਰੀ ਨਾ ਹੋਵੇ, ਤੁਹਾਡੇ ਕੱਪੜੇ ਜੋ ਹਨ ਉਹ ਸਾਦੇ ਹੋਣ, ਡੀਸੈਂਟ ਹੋਣ, ਸਾਦੇ ਹੋਣ। ਔਰ ਉੱਥੇ ਲਿਖਿਆ ਹੈਗਾ ਆਪਣੇ ਆਪ ਨੂੰ ਕਹਿੰਦੇ ਸੋਨੇ ਚਾਂਦੀ ਔਰ ਮਹਿੰਗੇ ਕੱਪੜਿਆਂ ਦੇ ਨਾਲ ਨਾ ਸਜਾਵੋ। ਬਿਲਕੁਲ ਕਲੀਅਰ। not with expensive clothing ਲਿਖਿਆ ਹੈ। ਫਿਰ ਮੇਰੀ ਭੈਣ ਪਤਾ ਨਹੀਂ ਵੀ ਕਿਹੜੇ ਨਿਯਮ ਚ ਜੀ ਰਹੀ। ਹਾਲੇਲੂਇਆ। ਅਸੀਂ ਨਹੀਂ ਕਹਿ ਸਕਦੇ ਸੀ ਉੱਥੇ ਕਿਉਂਕਿ ਮੌਕਾ ਹੀ ਨਹੀਂ ਸੀ, ਪਰ ਅਸੀਂ ਸਮਝਣਾ ਹੈ। ਅਸੀਂ ਅੱਜ ਮਸੀਹੀ ਕਿਉਂ ਮਾਰ ਖਾ ਗਏ? ਕਿਉਂ ਅਸੀਂ ਦੁੱਖਾਂ ਵਿੱਚ ਹੈ ਔਰ ਉਹ ਲੋਕ ਸੁੱਖ ਵਿੱਚ ਹਨ? ਕਿਹੜੇ ਲੋਕ? ਵੱਡੇ ਡੇਰਿਆਂ ਵਾਲੇ। ਕਿਉਂ ਅੱਜ ਵੀ ਜੋ ਪਾਸਟਰ ਹੈ ਉਹ ਤਾਂ 20-25 ਹਜ਼ਾਰ ਦਾ ਸੂਟ ਪਾ ਕੇ, ਸਾਡੇ ਤਾਂ ਬੱਚੇ ਕਹਿੰਦੇ ਹਨ ਮੰਮੀ ਆ ਵਿਆਹ ਤੇ ਫਿਰ ਉਹੀ ਕੱਪੜੇ, 5 ਵਿਆਹ ਇਸੇ ਕੱਪੜਿਆਂ 'ਚ ਦੇਖ ਲੈ। ਕਾਰਨ ਕੀ ਹੈ? ਪਾਦਰੀ ਨੇ ਸੂਟ ਪਾਉਣਾ ਹੈ ਨਾ, ਮਹਿੰਗਾ। ਹਾਲੇਲੂਇਆ। ਸਮਝਣਾ ਹੈ। ਬਾਈਬਲ ਵਿੱਚ ਸਾਫ਼ ਲਿਖਿਆ ਹੈ ਕਿ ਆਪਣੇ ਆਪ ਨੂੰ ਮਹਿੰਗੇ ਕੱਪੜਿਆਂ ਦੇ ਨਾਲ ਨਾ ਸਜਾਓ। ਇੱਥੇ ਲਿਖਿਆ ਕਹਿੰਦੇ ਜੋ ਕੋਈ ਅਮੀਰ ਹੋਣਾ ਚਾਹੁੰਦਾ ਹੈ, ਅੱਜ ਬੜੇ ਹੋ ਜਾਂਦੇ ਨਾ, ਜਿੰਨੇ ਲੋਕ ਅਮੀਰ ਹੋਣਾ ਚਾਹੁੰਦੇ ਹਨ ਅੱਜ ਉਹਨਾਂ ਲਈ ਦੁਆ ਕੀਤੀ ਜਾਵੇਗੀ। ਲੋਕੀ ਹੱਥ ਖੜੇ ਕਰਦੇ ਹਨ। ਹਾਲੇਲੂਇਆ। ਸਾਰੇ ਕਰਦੇ ਆ, ਫਿਰ ਇੱਕ ਵੀ ਨਹੀਂ ਹੁੰਦਾ ਜਿਹੜਾ ਨਾ ਕਰੇ। ਤੁਸੀਂ ਮੰਨ ਸਕਦੇ ਜੇ ਕੋਈ ਕਿਸੇ ਨੂੰ ਪੁੱਛੋ ਨਾ ਕਿੰਨੇ ਲੋਕ ਅੱਜ ਹਨਾ ਪਾਪ ਛੱਡਣਾ ਚਾਹੁੰਦੇ ਹਨ, ਤਾਂ ਨਾ ਤੁਸੀਂ ਦੇਖਿਆ ਹੋਗਾ ਥੋੜੇ ਬਹੁਤੇ ਕਰੂਗੇ। ਕਿਉਂ? ਉਹਨਾਂ ਨੂੰ ਲੱਗਦਾ ਅਸੀਂ ਧਰਮੀ ਆ। ਹਾਲੇਲੂਇਆ। ਤਾਂ ਜੇ ਪੁੱਛੋ ਨਾ ਕਿੰਨੇ ਲੋਕ ਅਮੀਰ ਹੋਣਾ ਚਾਹੁੰਦੇ ਆ, ਤੇ ਜਿਹੜਾ ਉੱਥੇ ਲੱਖਾਪਤੀ ਹੋਊਗਾ ਨਾ ਉਹ ਵੀ ਹੱਥ ਖੜਾ ਕਰੂਗਾ ਕਿਉਂਕਿ ਉਹ ਹੋਰ ਹੋਣਾ ਚਾਹੁੰਦਾ। ਤਾਂ ਫਿਰ ਪਵਿੱਤਰਤਾ ਹੀ ਵਾਰੀ ਕਿਉਂ ਨਹੀਂ ਕਹਿੰਦੇ ਕਿ ਅਸੀਂ ਹੋਰ ਪਵਿੱਤਰ ਹੋਣਾ ਚਾਹੁੰਦੇ ਹਾਂ? ਉਦੋਂ ਕਿਉਂ ਨਹੀਂ? ਹਾਲੇਲੂਇਆ। ਹਾਂਜੀ। ਸੋ ਕਹਿੰਦੇ ਜਿਹੜਾ ਕੋਈ ਧਨੀ ਹੋਣਾ ਚਾਹੁੰਦਾ, ਅੱਗੇ ਪੜ੍ਹੀਏ। ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪਣਿਆਂ ਦੇ ਅਤੇ ਨੁਕਸਾਨ ਕਰਨ ਵਾਲੇ ਵਿਸ਼ਿਆਂ ਵਿੱਚ ਪੈਂਦੇ ਹਨ। ਹਾਂ। ਹਾਲੇਲੂਇਆ। ਹਿੰਦੀ ਚ ਵੀ ਪੜ੍ਹ ਦੋ। पर जो धनी होना चाहते हैं वे ऐसी परीक्षा और फंदे और सुनो, बहुत सी कहते जो कोई धनी होना चाहते हैं वो पहली चीज परीक्षा च पैंदे हैं। हालेलुया। क्योंकि धनी होने दे किते ना किते तो जैक या माड़ा मोटा झूठ बोलना पैना। हालेलुया। एवें थोड़ी हो जाना। गवर्नमेंट ਨੂੰ ਵੀ ਝੂਠ ਬੋਲਣਾ, ਟੈਕਸ ਵੀ ਚੋਰੀ ਕਰਨਾ ਪੈਣਾ ਵੀ। ਇੱਥੇ ਤਾਂ ਨਹੀਂ ਅਗਲੇ ਧਨੀ ਹੋਣ ਦਿੰਦੇ। ਇੱਥੇ ਲਿਆ ਤਾਂ ਤੁਹਾਡੀ ਤਨਖਾਹ ਅੱਜ 2000 ਹੈਗੀ ਆ, ਠੀਕ ਆ, 2000 ਤਨਖਾਹ ਹੈ, ਤੁਹਾਨੂੰ ਕੱਟ ਕਟਾ ਕੇ 1300 ਆਊਗਾ। ਹਾਂ। ਫਿਰ ਉਹਦੇ ਤੋਂ ਬਾਅਦ ਤੁਸੀਂ ਦੇਖਿਆ ਕਿ ਹੁਣ ਆਪਣੇ ਲੜੇ ਉੱਤੇ ਕਿ ਨਹੀਂ ਜੀ ਸਾਡੀ ਤਨਖਾਹ ਵਧਾਓ। ਉਹਨਾਂ ਨੇ $1 ਵਧਾਤਾ। $1 ਵਧਾਇਆ, ਤਨਖਾਹ ਹੋ ਗਈ 2500। ਤੇ ਜਦੋਂ ਬੈਂਕ ਚ ਆਇਆ ਤਾਂ ਫਿਰ ਉਹ 1400, ਸਿਰਫ 100 ਵਧਿਆ ਸੀ। ਕਿਹਾ ਆ ਕੀ ਹੋਇਆ ਯਾਰ? ਤਾਂ ਦੇਖਿਆ ਨਾ ਟੈਕਸ ਵੱਧ ਗਿਆ ਉੱਥੇ, ਉਹਨੇ ਟੈਕਸ ਕੱਟ ਲਿਆ ਉਹਨਾਂ ਨੇ। ਫਿਰ ਉਹਦੇ ਤੋਂ ਬਾਅਦ ਹਰ ਬੰਦਾ ਰੋਂਦਾ ਪਿਆ, ਡਾਕਟਰ ਰੋਂਦੇ ਪਏ, ਨਰਸਾਂ ਰੋਂਦੀਆਂ। ਨਰਸਾਂ ਤੁਸੀਂ ਮੰਨ ਸਕਦੇ ਉਹ 5 ਦਿਨ ਕਈ ਕੰਮ ਹੀ ਨਹੀਂ ਕਰਦੀਆਂ, 3 ਦਿਨ ਕਰਦੀਆਂ, ਕਹਿੰਦੇ ਟੈਕਸ, ਉਹਨੇ ਟੈਕਸ ਕੱਟ ਲੈਂਦੇ ਸਾਡਾ। ਹਾਲੇਲੂਇਆ। ਫਿਰ ਕੀ ਕਰਦੇ ਹਾਂ? ਅਮੀਰ ਹੋਣ ਦੇ ਲਈ ਫਿਰ ਅਸੀਂ ਟੈਕਸ ਚੋਰੀ ਕਰਨਾ ਸ਼ੁਰੂ ਕਰਦੇ ਹਾਂ। ਤੁਹਾਨੂੰ ਕੀ ਲੱਗਦਾ ਜਿਹੜਾ ਟੈਕਸ ਚੋਰੀ ਕਰਦਾ ਸਵਰਗ ਵਿੱਚ ਜਾਵੇਗਾ? ਨਹੀਂ ਜਾਵੇਗਾ। ਪ੍ਰਭੂ ਯਿਸੂ ਕਹਿੰਦੇ ਜੋ ਕੈਸਰ ਦਾ ਹੈ ਕੈਸਰ ਨੂੰ ਦਵੋ। You have to give। ਜੋ ਗਵਰਨਮੈਂਟ ਦਾ ਹੈ ਉਹ ਤੁਹਾਨੂੰ ਦੇਣਾ ਪਵੇਗਾ। ਜੇ ਨਹੀਂ ਦੇ ਰਹੇ ਤਾਂ ਸਵਰਗ ਦਾ ਰਾਜ ਦਾ ਦਰਵਾਜ਼ਾ ਤਾਂ ਬੰਦ ਕਰ ਰਹੇ ਹੋ। ਕੋਈ ਸ਼ਰਮ ਨਹੀਂ ਕਹਿਣ ਦੇ ਵਿੱਚ, ਕਰ ਰਹੇ। ਹਾਲੇਲੂਇਆ। ਜੇ ਨਹੀਂ ਕਵਾਂਗਾ ਤਾਂ ਇੱਕ ਦਿਨ ਉਹ ਪੁੱਛੇਗਾ ਨਾ ਕਿਉਂ ਨਹੀਂ ਕਿਹਾ? ਮੌਕਾ ਦਿੱਤਾ ਸੀ ਤੈਨੂੰ ਲੈ ਕੇ। ਮੈਨੂੰ ਲੱਗਦਾ ਫਿਰ ਕੈਨੇਡਾ ਐਸੇ ਕਰਕੇ ਤਾਂ ਨਹੀਂ ਲੈ ਕੇ ਆਇਆ ਕਿ ਕੋਈ ਪਾਦਰੀ ਇਹਦੇ ਤੇ ਬੋਲਦਾ ਹੀ ਨਹੀਂ। ਕਿ ਇੱਕ ਵਾਰੀ ਉੱਥੇ ਜਾ ਕੇ ਦੱਸਤਾ ਸੀ ਵੀ ਟੈਕਸ ਚੋਰੀ ਕਰਨਾ ਗਲਤ ਆ। ਹਾਲੇਲੂਇਆ।
ਹਾਲੇਲੂਇਆ। हालेलुया। इंडिया ये किसी ने बोला कहते जी पता है आप टैक्स की इनकम टैक्स कहते वो क्या होता है किसके कहते किसके साथ खाते हैं किसके साथ खाते हैं उसे पता ही नहीं हालेलुया। मतलब ਦਿੰਦੇ ਹੀ ਨਹੀਂ ਲੋਕੀ एम्प्लॉयज ਦਿੰਦੇ ਹੀ ਨਹੀਂ EMPLOYE ਵੀ ਉਹ ਦਿੰਦੇ ਆ ਜਿਹੜੇ ਸਰਕਾਰੀ ਨੌਕਰੀਆਂ 'ਚ ਆ, ਕਿਉਂਕਿ ਮਜਬੂਰੀ ਆ ਉਹਨਾਂ ਨੂੰ ਮੌਕਾ ਦੇ ਕੇ ਦੇਖੋ ਔਰ ਮਜਬੂਰੀਆਂ ਉਹਨਾਂ ਨੂੰ ਮੌਕਾ ਦੇ ਕੇ ਦੇਖੋ ਕਰਨਗੇ ਚੋਰੀ ਹਾਲੇਲੂਇਆ। ਸੋ ਜਿਹੜਾ ਕੋਈ ਧਨੀ ਹੋਣਾ ਚਾਹੁੰਦਾ ਹੈ ਪਹਿਲੀ ਚੀਜ਼ ਉਹ ਪ੍ਰੀਖਿਆ 'ਚ ਪੈਂਦਾ ਹੈ ਹਾਲੇਲੂਇਆ। ਪ੍ਰੀਖਿਆਵਾਂ ਕਿੱਦਾਂ ਦੀਆਂ ਇਦਾਂ ਦੀਆਂ ਪ੍ਰੀਖਿਆਵਾਂ ਜਿੱਥੇ ਤੁਹਾਡੇ ਸਾਹਮਣੇ ਸਿਲੈਕਸ਼ਨ ਖੜੀ ਹੋ ਜਾਵੇਗੀ ਜਾਂ ਪਰਮੇਸ਼ਵਰ ਜਾਂ ਟੈਕਸ ਚੋਰੀ बच्चे नहीं हालेलुया। हालेलुया। या परमेश्वर या टैक्स चोरी या परमेश्वर या झूठ बोल के तनी हो हालेलुया या परमेश्वर या कुछ ना कुछ जुगाड़ ला तनी होने दे नहीं हालेलुया। हाँ जी अगे होर की हुंदा है उन्हों और फंदे हाँ दूजी चीज वो फंदे च पैंदा है सुनो हालेलुया। हुण तनी होने दे लई कहंदे अब बिजनेस वाले थ्योरी की है पैसे नूं पैसा खिचदा है जी हालेलुया। हुण पैसे नूं पैसा बनाउण दे लई ਚੱਕਰ ਕੀ ਹੈ ਤੇ ਬੰਦਾ ਕੀ ਚੱਕਦਾ ਹੈ ਲੋਨ ਹਾਲੇਲੂਇਆ। ਕੀ ਚੱਕਦਾ ਹੈ ਲੋਨ ਚੱਕਦਾ ਹੈ ਫਿਰ ਉਹ ਫੰਦੇ 'ਚ ਫਸ ਜਾਂਦਾ ਹੈ। ਤੁਹਾਨੂੰ ਪਤਾ ਮੇਰੀ PR ਆਉਣ ਵਾਲੀ ਹੈ ਸੋਚਿਆ ਇੰਡੀਆ ਜਾਣਾ ਹੁਣ ਮੈਂ ਸੋਚਦਾ ਕਿੱਦਾਂ ਜਾਊਂਗਾ ਗੱਡੀ ਦੀ ਕਿਸ਼ਤ ਲੋਨ ਖੜਾ ਹੈ ਕਿੱਦਾਂ ਜਾਊਂਗਾ ਆਦਾ ਤੁਹਾਨੂੰ ਮੈਂ ਸੱਚੀ ਦੱਸਦਾ ਜਦ ਮੈਂ ਗੱਡੀ ਲੈਣੀ ਸੀ ਨਾ ਤਾਂ ਮੈਨੂੰ ਪਤਾ ਮੁੰਡਾ ਆਇਆ ਕਹਿੰਦਾ ਭਾਜੀ ਜੇ ਗੱਡੀ ਲੈਣੀ ਨਾ कैमरी चक्को नवी कहना या एकॉर्ड चक्को मैंने एकॉर्ड दिखाई कैमरी दिखाई स्पोर्ट्स मॉडल किश्ती ਜਿਹੜੀ ਨਿਕਲ ਜਾਂਦੀਆਂ ਕਹਿੰਦੇ ਨਿਕਲ ਜਾਂਦੀਆਂ ਠੀਕ ਆ। ਫਿਰ ਉਹਦੇ ਤੋਂ ਬਾਅਦ ਉਹ ਜਿਹੜੇ ਚਰਚ ਦੀ ਗੱਲ ਕੀਤੀ ਉੱਥੇ ਮੈਨੂੰ ਮੁੰਡਾ ਕਹਿੰਦਾ ਮੈਂ ਉਹਨੂੰ ਦੱਸਿਆ ਸੀਗਾ ਮੈਂ ਕਿਹਾ ਮੈਨੂੰ ਰੈਗੂਲਰ ਬਹੁਤ ਸੋਹਣੀ ਲੱਗਦੀ ਚੀਜ਼ ਉਹ ਕਹਿੰਦਾ ਯਾਰ ਚੱਕਣੀ ਸੀ ਰੈਗੂਲਰ ਜੀਪ ਚੱਕਣੀ ਸੀ ਤੂੰ ਆ ਐਲੈਂਟਰਾ ਚੱਕਣੀ मैं क्या बाबा मैं आ देखा किश्त कितना दूंगा मैं हालेलुया कि किश्त निकलूगी कि नहीं हुण हजे एलेंट्रा चक्की है तो मैं सोच रहा इंडिया किदा जाऊंगा क्यों क्योंकि किश्त है कल नूं घर ले लिया फिर तो बिल्कुल ही नहीं जा हुंदा एवें थोड़ी कहंदे छल्ला मुड़ के नहीं आया छल्ला किदा आ जवे छल्ले ने तो हुण इत्थे कुंजियां ओदे च फसातियां लॉकर दे विच तां उत्थे कुंजी निकलूगी तो छल्ला जाऊगा हालेलुया। छल्ला फस गया हुण हालेलुया हालेलुया। छल्ला फस गया जी उसे तरह इत्थे लिखा कहंदा ओ फंदे च फस गया। फंदा की आही किसी फिर लोन ते लोन बिजनेस स्टार्ट करने दे लई साडे ओनर हैगे आ लैंडलॉर्ड ਉਹ ਦੋਨੋਂ ਭਰਾ ਟਰੱਕ ਚਲਾਉਂਦੇ ਆ ਜੀ ਠੀਕ ਆ। ਤਾਂ ਹੁਣ ਟੈਕਸ ਜਾਂਦਾ ਸੀਗਾ ਫਿਰ ਉਹਨਾਂ ਨੇ ਕਿਹਾ ਹੁਣ ਅਸੀਂ ਆਪਣਾ ਟਰੱਕ ਖਰੀਦਾਂਗੇ ਆਪਣਾ ਟਰੱਕ ਖਰੀਦ ਲਿਆ ਠੀਕ ਆ। ਫਿਰ ਉਹਦੇ ਤੋਂ ਬਾਅਦ ਉਹਦੇ ਤੇ ਥੋੜੇ ਪੈਸੇ ਬਣਨੇ ਸ਼ੁਰੂ ਹੋਏ ਫਿਰ ਕੀ ਹੋਇਆ ਇੱਕ ਹੋਰ ਬੁੱਕ ਕਰ ਦਿੱਤਾ ਹਾਲੇਲੂਇਆ। ਹੁਣ ਕੀ ਹੋਇਆ ਜਦੋਂ ਇਦਾਂ ਕਰਦੇ ਰਹੇ ਹੁਣ ਚੱਕਰ ਕੀ ਪੈ ਗਿਆ ਕਿ ਉਹਨਾਂ ਨੂੰ ਓਨੀ ਹੀ ਮਿਹਨਤ ਕਰਨੀ ਪੈਂਦੀ ਕਿੱਦਾਂ ਜਾਓਗੇ ਤੁਸੀਂ ਮੰਨ ਸਕਦੇ ਕਿਸੇ ਦੇ ਡੈਥ ਹੋ ਜਾਵੇ ਤਾਂ ਬਈ ਇੱਕ ਜਾਂਦਾ ਹੈ ਔਰ ਇੱਕ ਨੂੰ ਰੁਕਣਾ ਪੈਂਦਾ इंडिया क्यों दोनों जाओगे तो पीछे किश्त किताब किसी अपने नहीं दे क्यों फंस गए फंदे च फंस गए हो कितना होएगा 100 चीज़ां दिमाग च आउंदियां हन नौकरी छड़ के जावांगे फिर आके दोबारा लभनी पैनी हालेलुया। जो अमीर होना चाहता है जब तुसी ये सोच विच हो ना कि मैं कनेडा च अमीर होना तो तैयार रहो फिर इन्हां चीज़ां परीक्षा दे लई फंदे च फसन दे लई हालेलुया। फंदे च फस गए चलो है ना परीक्षावां दे लई तैयार रहो हालेलुया। तो जे होर अमीर होना चाहते हो तो सोच लो फिर फंदा उन्ने वड्डा हुंदा जाए और बहुत सी व्यर्थ और हानिकारक लालसाओं में फंसते रहो। हाँ जी आगे किया और ऐसी परीक्षा और फंदे और बहुत सी व्यर्थ और हानिकारक लालसाएं हाँ और इन्हां चीज़ां विचों फिर एक मिनट मैं पढ़दा पंजाबी पढ़दा ਬਹੁਤਿਆਂ ਮੂਰਖ ਪੁਣੇ ਦਿਆਂ ਅਤੇ ਪੜ੍ਹ ਦੋ ਜੋ ਤਾਂ ਨਹੀਂ ਹੋਣਾ ਚਾਹੁੰਦਾ ਪਰ ਉਹ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ ਹਾਂ ਉਹ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖ ਪੁਣਿਆਂ ਦਾ
ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ। ਹਾਂ, ਕਹਿੰਦੇ ਉਹ ਕਿਹੜੇ ਵਿੱਚ ਪੈਂਦੇ ਹਨ? ਪ੍ਰੀਖਿਆਵਾਂ ਦੇ ਵਿੱਚ, ਫਾਹੀਆਂ ਵਿੱਚ, ਮੂਰਖਪੁਣਿਆਂ ਵਿੱਚ, ਨੁਕਸਾਨ ਕਰਨ ਵਾਲੇ ਵਿਸ਼ਿਆਂ ਦੇ ਵਿੱਚ ਪੈਂਦੇ ਹਨ। ਹਾਂਜੀ, ਜੋ ਮਨੁੱਖਾਂ ਨੂੰ ਤਬਾਹੀ ਹਾਂ ਅਤੇ ਨਾਸ਼ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਸੁਣ ਲਓ ਜੀ, ਜੋ ਮਨੁੱਖਾਂ ਨੂੰ ਤਬਾਹੀ, ਹਾਂਜੀ ਕੀ ਸੀ? ਤਬਾਹੀ ਅਤੇ ਨਾਸ਼ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਤਬਾਹੀ ਅਤੇ ਨਾਸ਼ ਦੇ ਸਮੁੰਦਰਾਂ ਵਿੱਚ ਡੋਬ ਦਿੰਦੇ ਹਨ। क्योंकि रुपए का लोभ सब ਮਾਇਆ ਦਾ ਲੋਭ ਹਰ ਪ੍ਰਕਾਰ- ਕਿਉਂ ਜੋ ਮਾਇਆ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ ਹੈ ਸੁਣ ਲਓ ਜੀ, ਅਤੇ ਕਈ ਲੋਕ ਉਹਨੂੰ ਲੋਚਦਿਆਂ ਨੇਚਾ ਦੇ ਰਾਹੋਂ ਖੁੱਤ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦੇ ਤੀਰਾਂ ਨਾਲ ਬਿੰਨਿਆ ਹੈ। ਹਾਂ ਸੁਣ ਲਓ, ਕਹਿੰਦਾ ਕਿਉਂਕਿ ਪੈਸੇ ਦਾ ਲੋਭ ਹਰ ਬੁਰਾਈ ਦੀ ਜੜ ਹੈ ਔਰ ਬਹੁਤੇ ਉਹਦੇ ਵਿੱਚ ਗਏ ਔਰ ਆਪਣੇ ਆਪ ਨੂੰ ਗਮਾਂ ਦੇ ਤੀਰਾਂ ਦੇ ਨਾਲ बिन लिया ਗਮਾਂ ਦੇ ਤੀਰਾਂ ਨਾਲ ਹਾਲੇਲੂਇਆ। ਹਾਂਜੀ। ਧਨ ਦਾ ਲੋਭ ਹਰ ਬੁਰਾਈ ਦੀ ਜੜ ਹੈ। ਧਨ ਬੁਰਾ ਨਹੀਂ, ਫਿਰ ਮੈਂ ਕਹਿੰਦਾ ਪਿਆ, ਠੀਕ ਆ। ਧਨ ਦਾ ਲੋਭ ਜੋ ਹੈ ਉਹ ਬੁਰਾਈ ਦੀ ਜੜ ਹੈ। ਪਰਮੇਸ਼ਰ ਨੇ ਸਾਨੂੰ ਧਨ ਇਸ ਕਰਕੇ ਦਿੱਤਾ ਹੈ ਕਿ ਅਸੀਂ ਉਹਦਾ ਇਸਤੇਮਾਲ ਕਰਕੇ ਆਪਣੀ ਰੋਜ਼ਮਰਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੀਏ। ਇਸ ਕਰਕੇ ਨਹੀਂ ਦਿੱਤਾ ਕਿ ਦੂਜੇ ਨੂੰ ਦਿਖਾਈਏ। ਕਹਿੰਦੇ ਇੱਕ ਵਾਰੀ ਇੱਕ ਪਿੰਡ ਸੀਗਾ, ਉਸ ਪਿੰਡ ਦੇ ਵਿੱਚ ਇੱਕ ਕਹਿੰਦੇ ਲਾਲੇ ਨਹੀਂ ਹੁੰਦੇ ਜਿਹੜੇ ਹਨਾ ਦੁਕਾਨਦਾਰ ਜਿਹੇ ਬਿਜ਼ਨਸਮੈਨ, ਉਹ ਰਹਿੰਦਾ ਸੀ। ਤਾਂ ਉਹਦੇ ਲਾਗੇ ਇੱਕ ਗਰੀਬ ਜਾਂ ਗੁੱਜਰ ਰਹਿੰਦਾ ਸੀ। ਤੇ ਜਿਹੜਾ ਗਰੀਬ ਗੁੱਜਰ ਸੀਗਾ ਨਾ, ਉਹਦੇ ਕੋਲ ਇੱਕ ਉਹ ਸੀ ਮੱਝ ਸੀ। ਤਾਂ ਉਹਦਾ ਵਿਚਾਰੇ ਦਾ ਗੁਜ਼ਾਰਾ ਉਸ ਮੱਝ ਦੇ ਸਿਰ ਤੇ ਚੜਦਾ ਹੁੰਦਾ। ਮੇਰੇ ਡੈਡੀ ਨੇ ਆ ਗੱਲ ਸੁਣਾਈ ਸੀ। ਤਾਂ ਉਹਦੇ ਸਿਰ ਤੇ ਚੜਦਾ। ਤਾਂ ਹੋਇਆ ਕਿ ਇੱਕ ਦਿਨ ਉਹਨੇ ਦੇਖਿਆ ਕੋਠੇ ਦੇ ਉੱਤੋਂ, ਤਾਂ ਜਿਹੜਾ ਲਾਲਾ ਸੀ ਉਹਨੇ ਨਵੀਂ ਘੋੜੀ ਲਈ ਘੋੜੀ ਲਈ। ਤਾਂ ਘੋੜੀ ਤੇ ਡਗ ਕਰਦਾ ਹੈ ਨਾ, ਠਕ 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 ਕਰਦਾ ਆਵੇ ਤਾਂ ਏਦਾਂ ਵਾਲੀ ਲੋਕੀ ਕਹਿਣ ਵਾਹ ਜੀ ਵਾਹ। ਤਾਂ ਗੁੱਜਰ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ, ਕਹਿੰਦਾ ਆਪਾਂ ਮੱਝ ਰੱਖੀ ਆ, ਗੋਏ ਚ ਲਿਬੜੇ ਰਹਿੰਦੇ ਆ ਹਨਾ, ਇਹ ਉਹ ਇੰਨਾ ਕੰਮ, ਅਸੀਂ ਵੀ ਘੋੜੀ ਲਈਏ। ਤਾਂ ਉਹਦੀ ਘਰ ਵਾਲੀ ਵੀ ਥੋੜੀ ਏਦਾਂ ਦੀ ਸੀ, ਸ਼ੋਸ਼ੇ ਵਾਲੀ ਹਨਾ। ਤਾਂ ਕਹਿੰਦੀ ਹਾਂਜੀ। ਤਾਂ ਉਹਨਾਂ ਨੇ ਕੀ ਕੀਤਾ, ਮੱਝ ਵੇਚੀ, ਘੋੜੀ ਲੈ ਲਈ। ਤਾਂ ਥੋੜੇ ਫੇ ਉਹ ਵੀ ਘੋੜੀ ਤੇ ਠਕ 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 ਕਰਦਾ 2-3 ਦਿਨ ਤਾਂ ਆਇਆ ਹਨਾ। ਮੁੜ ਕੇ ਕਹਿੰਦੇ ਮਹੀਨੇ ਕੇ ਬਾਅਦ ਨਿਆਣੇ ਭੁੱਖੇ ਮਰਨ, ਬੁਰਾ ਹਾਲ ਹੋਇਆ। ਠੀਕ ਆ, ਕਿਉਂਕਿ ਉਹ ਕੀ ਸੀਗਾ, ਹੁਣ ਦੁੱਧ ਵੇਚ ਕੇ ਵਿਚਾਰਾ ਗੁਜ਼ਾਰਾ ਕਰਦਾ ਸੀਗਾ। ਉਹਦੇ ਵਿੱਚ ਦੁੱਧ ਨਿਆਣੇ ਵੀ ਪੀਂਦੇ ਸੀ ਹਨਾ। ਤਾਂ ਉਹਨੂੰ ਕਿਸੇ ਨੇ ਪੁੱਛਿਆ, ਕਹਿੰਦੇ ਹਾਂਜੀ ਕੀ ਹਾਲ ਚਾਲ ਹੈ ਜੀ, ਘੋੜੀ ਘਾੜੀ ਕਿੱਦਾਂ? ਕਹਿੰਦਾ ਕੀ ਦੱਸੇ, ਕਹਿੰਦਾ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਗੇ ਲਿੱਦ ਚੱਕਣੀ ਪਈ। ਹਾਲੇਲੂਇਆ। ਉਹੀ ਹਾਲ ਉਹ ਹਾਲ ਹੋ ਜਾਂਦਾ ਹੈ ਜਿਹੜਾ ਧਨ ਦਾ ਲੋਭੀ ਹੁੰਦਾ ਹੈ, ਜਿਹੜਾ ਵਾਹ ਕਰਾਉਣ ਦਾ ਲੋਭੀ ਹੁੰਦਾ ਹੈ, ਜਿਹੜਾ ਲੋਕਾਂ ਨੂੰ ਦਿਖਾਉਣ ਦੇ ਲਈ ਕਰਦਾ ਹੈ। ਹਾਲੇਲੂਇਆ। ਉਹਦਾ ਫਿਰ ਆਹ ਹਾਲ ਹੁੰਦਾ ਹੈ। ਹਾਲੇਲੂਇਆ। ਇਸੇ ਕਰਕੇ ਮੈਂ ਦੱਸਿਆ ਚਿੜੀਆਂ ਆ ਚੀਜ਼ਾਂ ਨਹੀਂ ਕਰਦੀ, ਇਸ ਕਰਕੇ ਉਹਨਾਂ ਨੂੰ ਸਮੱਸਿਆ ਨਹੀਂ ਹੁੰਦੀ। ਪਰਮੇਸ਼ਰ ਪ੍ਰਤੀਪਾਲ ਕਰਦਾ। ਜੇ ਤੁਸੀਂ ਵੀ ਆ ਚੀਜ਼ਾਂ ਦੇ ਪਿੱਛੇ ਨਾ ਭੱਜੋ ਤਾਂ ਪਰਮੇਸ਼ਰ ਤੁਹਾਨੂੰ ਵੀ ਭੁੱਖਿਆ ਨਹੀਂ ਮਰਨ ਦਿੰਦਾ। ਲਿਖ ਕੇ ਦੇ ਦੂੰਗਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਭੁੱਖਿਆ ਨਹੀਂ ਮਰਨ। ਹਾਲੇਲੂਇਆ। ਪਰ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਪਿੱਛੇ ਭੱਜੋਗੇ ਤਾਂ ਤੁਸੀਂ ਗਮਾਂ ਦੇ ਤੀਰ ਲਾ ਕੇ ਬੈਠੋ। ਹਾਲੇਲੂਇਆ। ਮੈਂ ਇੰਡੀਆ ਦਾ ਸੀਗਾ ਨਾ, ਤਾਂ ਮੈਂ ਮੋਟਰਸਾਈਕਲ ਲੈਣਾ ਸੀ ਜੀ। ਮੈਂ ਮੋਟਰਸਾਈਕਲ ਲਿਆ, ਮੈਂ ਉੱਥੇ ਗਿਆ ਤਾਂ ਉੱਥੇ ਕਈ ਮੋਟਰਸਾਈਕਲ ਸੀ। ਮੈਂ ਲਿਆ ਟਵਿਸਟਰ ਹੋਂਡਾ ਦਾ। ਮੈਂ ਸੋ ਪਹਿਲੀ ਚੀਜ਼ ਕੀ ਪੁੱਛਦਾ ਸੀ, ਇਹਦੀ ਐਵਰੇਜ ਕਿੰਨੀ ਹੈ? ਉਹਦੀ ਐਵਰੇਜ ਸੀਗੀ 75 ਦੀ ਐਵਰੇਜ ਸੀ, 75 ਕਿਲੋਮੀਟਰ ਪਰ ਲੀਟਰ। ਤੇ ਜਦ ਮੈਂ ਲੈ ਕੇ ਆਇਆ ਤਾਂ ਮੈਨੂੰ ਪਤਾ ਕੀ ਕਹਿੰਦੇ ਸਾਰੇ ਨੇ, ਕਹਿੰਦੇ ਲੈ ਮੰਮੀ ਡੈਡੀ ਦੋਨੋਂ ਸਰਕਾਰੀ ਨੌਕਰੀ ਤੇ, ਲੈਣਾ ਸੀ ਤਾਂ ਬੁਲਟ ਲੈਂਦਾ, ਆ ਕੀ ਲੈ ਲਿਆ। ਤੇ ਮੁੜ ਕੇ ਤੇਲ ਕਿਹਨੇ ਪਾਉਣਾ ਸੀ ਵਿੱਚ? 2 ਕਿੱਕਾ ਡਿਕ 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 1 ਲੀਟਰ ਹੋ ਗਿਆ ਜੀ। ਇੱਥੇ ਤੱਕ ਜਾਂਦੇ 1 ਲੀਟਰ ਉੱਡ ਜਾਣਾ। ਹੁਣ ਤਾਂ ਉਦੋਂ ਨਹੀਂ ਪਵਾਉਣਾ 100 ਤੋਂ ਉੱਪਰ। ਹਾਲੇਲੂਇਆ। ਸੋ ਸਮਝ ਦੇ ਨਾਲ ਹਾਲੇਲੂਇਆ। ਨਵਾਂ ਨਿਯਮ ਜੋ ਹੈ ਉਹ ਸਾਨੂੰ ਧਨ ਦੌਲਤ ਵੱਲ ਨਹੀਂ ਆਕਰਸ਼ਿਤ ਕਰਦਾ। ਨਵੇਂ ਨਿਯਮ ਦੀ ਬਰਕਤਾਂ ਧਨ ਦੌਲਤ ਅਮੀਰਪੁਣਾ ਨਹੀਂ ਹੈ। ਹਾਲੇਲੂਇਆ। ਨਵਾਂ ਨਿਯਮ ਜੋ ਹੈ, ਇੱਕ ਪਾਸਟਰ ਦਾ ਮੈਂ ਸੁਣਦਾ ਹੁੰਦਾ, ਜ਼ੈਕ ਕੋਨਿੰਦਾ, ਉਹਨਾਂ ਨੇ ਬੜੀ ਵਧੀਆ ਗੱਲ ਕੀ ਕਹਿੰਦੇ। ਇੱਕ ਦਿਨ ਚਰਚ ਦੀ ਇੱਕ ਲੇਡੀ ਮੈਨੂੰ ਮਿਲੀ, ਕਹਿੰਦੀ ਮੈਂ ਤਾਂ ਜੀ ਰੱਬ ਦਾ ਇੰਨਾ ਸ਼ੁਕਰ, ਏਦਾਂ ਦੇ ਤੁਹਾਨੂੰ ਇੱਥੇ ਵੀ ਮੈंने ਦੇਖੇ, ਇੱਥੇ ਕਈ ਮੈਂ ਦੇਖੇ, ਮੈਂ ਰੱਬ ਦਾ ਇੰਨਾ ਸ਼ੁਕਰ ਕਰਦੀ, ਮੇਰੇ ਤਾਂ ਜੀ ਨਿਆਣੇ
ਰੱਬ ਨੇ ਨਾ ਇੰਨਾ ਬਰਕਤ ਆ ਮੇਰੇ ਨਿਆਣਿਆਂ ਦੇ ਉੱਤੇ, ਇੰਨੀ ਦਇਆ ਮੇਰੇ ਨਿਆਣਿਆਂ ਦੇ ਉੱਤੇ, ਉਹਨਾਂ ਨੂੰ ਚੰਗੀਆਂ ਨੌਕਰੀਆਂ ਮਿਲ ਗਈਆਂ। ਇੱਕ ਮੁੰਡਾ ਮੇਰਾ ਆਸਟ੍ਰੇਲੀਆ, ਕੁੜੀ ਕੈਨੇਡਾ ਹੈ, ਇੱਕ ਇੰਗਲੈਂਡ ਦੇ ਵਿੱਚ, ਉਹਨਾਂ ਦੇ ਵਿਆਹ ਵੀ ਚੰਗੇ ਘਰਾਂ 'ਚ ਹੋ ਗਏ। ਤਾਂ ਜੀ ਬੜਾ ਪਰਮੇਸ਼ਰ ਦੀ ਦਇਆ, ਬੜਾ ਫਜ਼ਲ, ਹਾਲੇਲੂਇਆ। ਇਦਾਂ ਦੇ ਸਾਨੂੰ ਇੱਥੇ ਮਿਲੇ। ਤਾਂ ਪਾਸਟਰ ਕਹਿੰਦੇ ਮੈਨੂੰ ਨਾ ਇੱਕ ਔਰਤ ਆ ਕੇ ਕਹਿੰਦੀ ਕਿ ਨਾ ਮੇਰੇ ਉੱਤੇ ਪਰਮੇਸ਼ਰ ਦਾ ਬੜਾ ਫਜ਼ਲ ਹੈ। ਕਹਿੰਦੇ ਮੈਂ ਕਿਹਾ ਅੱਛਾ ਸਿਸਟਰ ਤੁਹਾਡੇ ਬੱਚੇ ਬਹੁਤ ਪਵਿੱਤਰਤਾ 'ਚ ਚੱਲਦੇ ਆ? ਕਹਿੰਦੀ ਨਹੀਂ ਕਹਿੰਦੀ ਉਹ ਨਹੀਂ, ਮੇਰੇ ਜਿਹੜੇ ਬੱਚੇ ਨਾ ਉਹਨਾਂ ਨੂੰ ਚੰਗੀਆਂ ਨੌਕਰੀਆਂ ਮਿਲੀਆਂ, ਉਹਨਾਂ ਕੋਲ ਵੱਡੇ ਵੱਡੇ ਘਰ ਆ, ਉਹਨਾਂ ਕੋਲ ਵੱਡੀ ਵੱਡੀ ਗੱਡੀਆਂ। ਫਿਰ ਪਾਸਟਰ ਜ਼ੈਕੁਲਿਨ ਕਹਿੰਦੇ ਉਹ ਹਜੇ ਤੁਸੀਂ ਪੁਰਾਣੇ ਨਿਯਮ ਦੇ ਵਿੱਚ ਹੀ। ਹਾਲੇਲੂਇਆ। ਪੁਰਾਣਾ ਨਿਯਮ ਕਹਿੰਦਾ ਸੀ ਪਰਮੇਸ਼ਰ ਦੀ ਬਰਕਤਾਂ ਆ ਸੀਗੀਆਂ, ਹਾਲੇਲੂਇਆ। ਨਵਾਂ ਨਿਯਮ ਕਹਿੰਦਾ ਹੈ ਪਰਮੇਸ਼ਰ ਦੀ ਬਰਕਤ ਹੈ ਕਿ ਅਸੀਂ ਪਾਪਾਂ ਦੇ ਉੱਤੇ ਜਿੱਤ ਪਾ ਲਈਏ, ਅਸੀਂ ਧਨ ਦੇ ਲੋਭ ਦੇ ਉੱਤੇ ਜਿੱਤ ਪਾ ਲਈਏ, ਹਾਲੇਲੂਇਆ। ਔਰ ਸੋਚੋ ਸਾਨੂੰ ਇਸ ਖਾਸ ਕਰਕੇ ਧਨ ਦੇ ਲੋਭ ਦੇ ਉੱਤੇ ਸਾਨੂੰ ਕਿੰਨੇ ਤਕੜੇ ਹੋਣਾ ਚਾਹੀਦਾ ਜੇ ਪਵਿੱਤਰ ਆਤਮਾ ਹੈ। ਤੁਹਾਨੂੰ ਪਤਾ ਪੁਰਾਣੇ ਨਿਯਮ ਦੇ ਵਿੱਚ ਲੋਕਾਂ ਦੇ ਅੰਦਰ ਪਵਿੱਤਰ ਆਤਮਾ ਵਾਸ ਨਹੀਂ ਸੀ ਕਰਦਾ ਸੀ, ਆਉਂਦਾ ਸੀ ਚਲੇ ਜਾਂਦਾ ਸੀ। ਪਰ ਤੁਹਾਨੂੰ ਪਤਾ ਪੁਰਾਣੇ ਨਿਯਮ ਦੇ ਵਿੱਚ ਵੀ ਕੁਝ ਤੁਹਾਨੂੰ ਇਦਾਂ ਦੇ ਐਗਜ਼ਾਮਪਲ ਮਿਲ ਜਾਊਗੇ ਜਿਹੜੇ ਅੱਜ ਦੇ ਪਾਦਰੀਆਂ ਨਾਲੋਂ, ਮੈਂ ਕਹਿੰਦਾ ਵਿਸ਼ਵਾਸੀ ਦਾ ਦੂਰ ਦੀ ਗੱਲ ਆ, ਪਾਦਰੀਆਂ ਨਾਲੋਂ ਕਈ ਉੱਪਰ ਆ। ਫॉर ਐਗਜ਼ਾਮਪਲ ਜਦ ਅਲੀਸ਼ਾ ਹੋਰੀ ਸੀਗੇ, ਕਹਿੰਦੇ ਉਹ ਆਇਆ ਨਿਮਾਨ ਕੋੜੀ ਆਇਆ ਧਨ ਦੌਲਤ ਲੈ ਕੇ, ਕਹਿੰਦਾ ਅੱਲਾ ਆ ਮੈਂ ਤੇਰੇ ਲਈ ਭੇਟ ਲੈ ਕੇ ਆਇਆ। ਤਾਂ ਉਹ ਕਹਿੰਦਾ ਇਹਦੇ ਵਿੱਚੋਂ ਕਹਿੰਦਾ ਇੱਕ ਤਸਮਾ ਵੀ ਨਹੀਂ ਲਾਉਣਾ, ਜਾ ਵਾਪਸ ਲੈ ਤਾਂ ਅੱਜ ਕੋਈ ਕਹੂਗਾ? ਤੁਸੀਂ ਦੇਖੋ ਤਾਂ ਲੱਖ ਰੁਪਏ ਦਾ ਚੈੱਕ ਲੈ ਕੇ ਜਾਓ ਤਾਂ ਪਾਸਟਰ ਜੀ ਤੁਹਾਡੇ ਲਈ ਆ, ਮੈਨੂੰ ਪਰਮੇਸ਼ਰ ਨੇ ਮੇਰੇ ਦਿਲ 'ਚ ਪਾਇਆ ਸੀਗਾ ਕਿ ਮੈਂ ਚੰਗਾ ਹੋ ਗਿਆ। ਦਿਲ 'ਚ ਵੀ ਨਾ ਕਹੋ, ਉਹਦਾ ਕਹੋ ਮੈਂ ਚੰਗਾ ਹੋ ਗਿਆ, ਆ ਮੈਂ ਭੇਂਟ ਚੜਾਉਣਾ ਚਾਹੁੰਦਾ ਲੱਖ ਰੁਪਏ ਦਾ ਚੈੱਕ। ਪਾਸੇ ਆਣ ਦੋ ਹਾਲੇਲੂਇਆ। ਹੈਗੀ ਹਿੰਮਤ ਕਹਿਣ ਦੀ? ਕੋਈ ਕਹੇ ਪਾਸਟਰ ਜੀ ਮੈਂ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾਇਆ ਸੀਗਾ, ਉੱਥੋਂ ਜੀ ਬਹੁਤ ਪੈਸਾ ਮਿਲਿਆ, ਆ ਲਓ ਜੀ 10 ਲੱਖ ਦਾ ਚੈੱਕ। ਹੈਗੀ ਕਿਸੇ ਪਾਸਟਰ 'ਚ ਹਿੰਮਤ ਕਹਿਣ ਦੀ ਸ਼ੇਅਰ ਮਾਰਕੀਟ 'ਚ ਲਾਇਆ, ਗਲਤ ਪੈਸਾ ਮੈਂ ਨਹੀਂ ਲੈਂਦਾ? ਹਾਲੇਲੂਇਆ। ਬਲਕਿ ਤੁਹਾਨੂੰ ਮੈਂ ਦੱਸਦਾ ਇੰਡੀਆ ਦੇ ਵਿੱਚ ਇੱਕ ਮੀਟਿੰਗ ਹੋਈ, ਪਾਸਟਰ ਟਾਈਮ ਕਿੰਨਾ ਹੈ? ਸਵਾ ਹੋ ਗਿਆ ਉਹ ਤਾਂ ਨਹੀਂ ਹੁੰਦਾ ਨਹੀਂ। ਓਕੇ। ਸੋ ਇੰਡੀਆ ਦੇ ਵਿੱਚ ਇੱਕ ਬੰਦਗੀ ਉੱਥੇ ਨਾ ਪਾਸਟਰ ਆਏ ਸੀ ਜੈਬਾ ਕੁਮਾਰ, ਬਹੁਤ ਵਧੀਆ ਬਚਨ ਉਹਨਾਂ ਤੋਂ ਪਹਿਲਾਂ ਜਿਹੜੇ ਬੰਦੇ ਨੇ ਕਰਾਇਆ ਸੀ ਨਾ ਉਹਦਾ ਨਾਮ ਨਹੀਂ ਲੈਣਾ, ਠੀਕ ਆ। ਉਹ ਬੰਦਾ ਜਿਹੜਾ ਹੈਗਾ ਇੱਕ ਪਾਸਟਰ ਹੀ ਹੋਵੇ, ਉਹਨੇ ਉੱਥੇ ਬੰਦਗੀ ਕਰਾਈ ਸੀ। ਤਾਂ ਉਦੋਂ ਕੀ ਹੋਇਆ, ਮੋਦੀ ਸਾਹਿਬ ਨੇ ਨਾ ਨੋਟਬੰਦੀ ਕੀਤੀ ਸੀ। ਤੇ ਜਦ ਨੋਟਬੰਦੀ ਕੀਤੀ ਸੀ ਨਾ ਤਾਂ ਪਾਸਟਰ ਨੇ ਉੱਥੇ ਪਤਾ ਕੀ ਕਿਹਾ, ਕਹਿੰਦਾ ਏਦਾਂ ਆ ਕਿ ਤੁਸੀਂ ਨਾ ਆਹ ਤਾਂ ਤੁਸੀਂ ਉਦਾਂ ਵੀ ਸੁਣਿਆ ਹੋਗਾ, ਉੱਥੇ ਬੜੇ ਪਾਸਟਰ ਕਹਿੰਦੇ ਵੱਡਾ ਨੋਟ ਪਾਉਣਾ। ਇੱਥੇ ਵੀ ਕਿਹਾ ਸੀ ਖੜਕਦੀ ਆਵਾਜ਼ ਨਹੀਂ ਆਉਣੀ ਚਾਹੀਦੀ, ਟੰਨ ਕਰਕੇ ਆਵਾਜ਼ ਨਹੀਂ ਆਉਣੀ ਚਾਹੀਦੀ, ਨੋਟ ਪਾਉਣਾ ਆ, ਸਿੱਕਾ ਨਹੀਂ ਪਾਉਣਾ। ਹਾਲੇਲੂਇਆ। ਮੇਰੇ ਖਿਆਲ ਤੋਂ ਜੇ ਇਦਾਂ ਦਾ ਪਾਦਰੀ ਉਦੋਂ ਹੁੰਦਾ ਨਾ ਯਸ਼ੂ ਦੇ ਸਮੇਂ, ਤਾਂ ਵਿਚਾਰੀ ਜਿਹਨੇ 2 ਦਮੜੀਆਂ ਪਾਈਆਂ ਸੀ ਉਹਨੂੰ ਪਾ ਨਹੀਂ ਦੇਣੀ ਸੀ, ਕਹਿੰਦਾ ਸਿੱਕਾ ਨਹੀਂ ਪਾਉਣਾ, ਨੋਟ ਲੈ ਕੇ ਆ ਜੇ। ਹਾਲੇਲੂਇਆ। ਕੀ ਸੋਚ। ਸੋ ਉਹ ਕੀ ਕਹਿੰਦਾ ਏਦਾਂ ਹੈਗਾ ਕਿ ਹੁਣ ਚੰਦੇ ਦਾ ਸਮਾਂ ਆ ਗਿਆ ਦਾਨ ਲੈਣ ਦਾ, ਸਭ ਦਾਨ ਦੇਵਾਂਗੇ। ਔਰ ਕਹਿੰਦਾ ਪੁਰਾਣੇ ਨੋਟ ਕਹਿੰਦਾ ਬੈਂਕਾਂ 'ਚ ਚੱਲਣੇ ਬੰਦ ਹੋ ਗਏ ਆ, ਪਰ ਸਾਡੇ ਕੋਲ ਚੱਲਦੇ ਆ, ਤੁਸੀਂ ਇੱਥੇ ਪਾ ਦਿਓ ਜਿੰਨੇ ਹੈਗੇ ਆ। ਪੁਰਾਣੇ ਨੋਟ ਜਿਹੜੇ ਬੰਦ ਹੋ ਗਏ ਸੀ ਨੇ, ਕਹਿੰਦਾ ਬੈਂਕਾਂ 'ਚੋਂ ਬੰਦ ਹੋ ਗਏ ਆ, 500,000 ਦੇ ਬੰਦ ਹੋ ਗਏ ਸੀ ਇੰਡੀਆ। ਤਾਂ ਕਹਿੰਦਾ ਉਹ ਤੁਸੀਂ ਇੱਥੇ ਦੇ ਦਿਓ ਚੱਲਦੇ। ਕਿਉਂ? ਕਿਉਂਕਿ ਉਹਦਾ ਸਰਕਾਰ ਨੇ ਕੀ ਕਿਹਾ ਸੀ, ਜਿਹੜੇ ਨੋਟ 1000 ਦੇ ਔਰ 500 ਦੇ ਗੁਰਦੁਆਰਿਆਂ ਦੇ ਵਿੱਚ, ਚਰਚਾਂ ਦੇ ਵਿੱਚ, ਧਾਰਮਿਕ ਸਥਾਨਾਂ ਤੇ ਹੈਗੇ ਨਾ, ਉਹਨਾਂ ਨੇ ਹੋਰ ਟਾਈਮ ਦਿੱਤਾ ਸੀ ਕਿ ਅਸੀਂ ਉਹਨਾਂ ਨੂੰ ਚੇਂਜ ਕਰਾਂਗੇ। ਹਾਲੇਲੂਇਆ। ਪਰ ਆਹ ਬੰਦਾ ਕੀ ਕਹਿੰਦਾ ਪਿਆ, ਇੱਥੇ ਪਾ ਲਓ। ਔਰ ਉਹ ਨੋਟ ਪਤਾ ਕਿਉਂ ਬੰਦ ਹੋਏ ਸੀ? ਕਾਲਾ ਧਨ ਬਚਾਉਣ। ਆ ਕਹਿੰਦਾ ਜਿਹੜਾ ਕਾਲਾ ਧਨ ਹੈਗਾ ਨਾ, ਇੱਥੇ ਪਰਮੇਸ਼ਰ ਦੇ ਸਫੇਦ ਹੋ ਜਾਵੇਗਾ। ਅੱਜ ਬੜੇ ਲੋਕੀ ਏਦਾਂ ਸਫੇਦ ਕਰਦੇ ਆ ਜੀ, ਪਰ ਤੁਹਾਨੂੰ ਆ ਨਹੀਂ ਪਤਾ ਤੁਸੀਂ ਧਨ ਤਾਂ ਸਫੇਦ ਕਰਦੇ ਪਏ ਹੋ, ਪਰ ਜਿਹੜੇ ਤੁਹਾਡੇ ਧਾਰਮਿਕਤਾ ਦੇ ਵਸਤਰ ਹੈਗੇ ਉਹਨਾਂ ਨੂੰ ਮੈਲੇ ਕਰਦੇ ਪਏ ਹੋ। ਚਿੱਟੇ ਪੈ ਗਏ। ਹਾਲੇਲੂਇਆ। ਚਿੱਟੇ ਵਸਤਰ ਉਹਨੇ ਪਾਏ ਸੀ, ਉਹਨਾਂ ਨੂੰ ਬਲੈਕ ਕਰ ਲਿਆ, ਪੈਸਾ ਵਾਈਟ ਕਰਦੇ। ਹਾਲੇਲੂਇਆ। ਸੋ ਧਨ ਦਾ ਲੋਭ ਜੋ ਹੈ ਉਹ ਬੁਰਾਈ ਦੀ ਜੜ ਹੈ। ਬਾਈਬਲ ਲਿਖਿਆ ਕਹਿੰਦਾ ਤੁਸੀਂ 2 ਸਵਾਮੀਆਂ ਦੀ ਸੇਵਾ ਕਰ ਹੀ ਨਹੀਂ ਸਕਦੇ, ਤੁਸੀਂ ਪਰਮੇਸ਼ਰ ਔਰ ਧਨ ਦੀ ਸੇਵਾ ਇਕੱਠੇ ਨਹੀਂ ਕਰ ਸਕਦੇ। ਯੂ ਸ਼ੁਡ ਬੀ ਅ ਕੰਪਰੋਮਾਈਜ਼ਰ। ਤੁਸੀਂ ਕੰਪਰੋਮਾਈਜ਼ਰ ਨਹੀਂ ਬਣਨਾ, ਤੁਸੀਂ ਪਰਮੇਸ਼ਰ ਦੇ ਲਈ ਖੜੇ ਹੋਣ ਵਾਲੇ ਬਣੋ। ਤੁਹਾਡਾ ਪ੍ਰਚਾਰ ਕੰਪਰੋਮਾਈਜ਼ਿੰਗ ਨਹੀਂ ਹੋਣਾ ਚਾਹੀਦਾ। ਪੌਲੁਸ ਨੇ ਉੱਥੇ ਤਮੋਥੀਅਸ ਹੋਰਾਂ ਨੂੰ ਹੋਰ ਕਈਆਂ ਨੂੰ ਕਿਹਾ, ਕਹਿੰਦਾ ਆਪਣੇ ਪ੍ਰਚਾਰ ਦੇ ਵਿੱਚ ਕਹਿੰਦਾ ਰਲਾ ਨਾ ਮਿਲਾਇਓ। ਡੋਂਟ ਬੀ ਅ ਕੰਪਰੋਮਾਈਜ਼ਰ। ਖਾਲਸ ਪ੍ਰਚਾਰ। ਹਾਲੇਲੂਇਆ। ਹਾਲੇਲੂਇਆ।
ਜੋ ਹੈ ਸੋ ਹੈ, ਭਾਵੇਂ ਇੱਕ ਬੰਦਾ ਵੀ ਸਾਹਮਣੇ ਨਾ ਹੋਵੇ। ਪ੍ਰਭੂ ਯਿਸੂ ਕਹਿੰਦੇ ਜੇ ਤੁਸੀਂ ਜਾਣਾ ਚਲੇ ਜਾਓ, ਪੱਥਰ ਚਿਲਾ ਉਠਣਗੇ ਜੇ ਤੁਸੀਂ ਖਾਮੋਸ਼ ਹੋ ਜਾਓਗੇ। ਮੇਰਾ ਪਰਮੇਸ਼ਰ ਪੱਥਰਾਂ ਦੇ ਵਿੱਚੋਂ ਬੱਚੇ ਪੈਦਾ ਕਰ ਦੇਵੇਗਾ ਸਤੁਤੀ ਕਰਨ ਲਈ। ਹਾਲੇਲੂਇਆ। ਪਰ ਕੰਪਰੋਮਾਈਜ਼ਿੰਗ ਕ੍ਰਿਸਚੀਅਨ ਨਹੀਂ ਬਣਨਾ। ਹਾਲੇਲੂਇਆ। ਦਾਨੀਏਲ ਦੇ ਵੱਲ ਦੇਖੋ, ਅੱਜ ਸਵੇਰੇ ਅਸੀਂ ਡਿਸਕਸ ਕਰ ਰਹੇ ਸੀ। ਦਾਨੀਏਲ ਜੋ ਸੀ, ਉੱਥੇ ਲਿਖਿਆ ਕਿ ਦਾਨੀਏਲ ਨੂੰ ਰਾਜੇ ਦੇ ਉੱਥੇ ਕੰਮ ਮਿਲਿਆ, ਰਾਜਾ ਲੈ ਕੇ ਗਿਆ। ਰਾਜੇ ਨੇ ਕਿਹਾ ਹੁਣ ਇਹਨਾਂ ਨੂੰ ਚੰਗਾ ਭੋਜਨ ਦੇਵੋ। ਤਾਂ ਦਾਨੀਏਲ ਨੇ ਕਹਿ ਦਿੱਤਾ, ਕਹਿੰਦਾ ਰਾਜਾ ਉਹਦੇ ਜਿਹੜੇ ਉੱਥੇ ਕਿਚਨ ਵਾਲੇ ਸੀ, ਉਹ ਕਹਿੰਦਾ ਸੀ ਰਾਜੇ ਦੇ ਭੋਜਨ ਚੋਂ ਵੀ ਨਹੀਂ ਖਾਵਾਂਗੇ। ਹਾਲੇਲੂਇਆ। ਉਹਦੇ ਭੋਜਨ ਚੋਂ ਨਹੀਂ ਖਾਵਾਂਗੇ। ਕਿਉਂ? ਕਿਉਂਕਿ ਉਹਦਾ ਭੋਜਨ ਜੋ ਹੈ ਉਹ ਸਾਡੀ ਯਹੂਦੀ ਰੀਤੀ ਦੇ ਅਨੁਸਾਰ ਸਹੀ ਨਹੀਂ, ਸਾਡੇ ਪਰਮੇਸ਼ਰ ਦੇ ਅਨੁਸਾਰ ਸਹੀ ਨਹੀਂ। ਸਾਡੇ ਪਰਮੇਸ਼ਰ ਨੇ ਜਿਹੜੀ ਚੀਜ਼ਾਂ ਨੂੰ ਮਨਾ ਕੀਤਾ ਹੈ ਉਸ ਭੋਜਨ ਦੇ ਵਿੱਚ ਅਸੀਂ ਨਹੀਂ ਖਾਵਾਂਗੇ। ਤਾਂ ਉਹ ਕਹਿੰਦਾ ਕਿ ਏਦਾਂ ਨਾ ਹੋਵੇ ਤੁਸੀਂ ਕਹਿੰਦਾ ਕਮਜ਼ੋਰ ਨਿਕਲੋ। ਰਾਜੇ ਨੇ ਬਾਅਦ ਚੋਂ ਪਰਖਣਾ ਆ ਔਰ ਤੁਹਾਡੇ ਤੋਂ ਸਿਲੈਕਟ ਕਰਨਾ ਕਿ ਏਦਾਂ ਨਾ ਤੁਸੀਂ ਕਮਜ਼ੋਰ ਨਿਕਲੋ। ਦਾਨੀਏਲ ਨੇ ਪਤਾ ਕੀ ਕਿਹਾ? ਕਹਿੰਦਾ ਅਸੀਂ ਸਿਰਫ ਵੈਜੀਟੇਬਲ ਖਾਵਾਂਗੇ, ਸਾਗ ਪੱਤ ਖਾਵਾਂਗੇ ਔਰ ਦਾਖਰਸ ਦੀ ਜਗ੍ਹਾ ਦੇ ਉੱਤੇ ਸਿਰਫ ਪਾਣੀ ਪੀਵਾਂਗੇ। ਜੂਸ ਨਹੀਂ ਮੰਗਿਆ ਉਹਨੇ ਕਿ ਮੈਂਗੋ ਜੂਸ ਦੇ ਦਿਓ, ਨਹੀਂ, ਕਹਿੰਦਾ ਸਿਰਫ ਪਾਣੀ ਪੀਵਾਂਗੇ। ਕਹਿੰਦਾ 10 ਦਿਨ ਬਾਅਦ ਕਹਿੰਦਾ ਚੈੱਕ ਕਰਨੇ ਕਹਿੰਦਾ। और कहना इसी तरह होया। और 10 दिन सिर्फ वेजिटेबल खादे और सिर्फ पानी पीता। दूजिया ने 10 दिन मीट मच्छी बच्चे कच्चे सब कुछ खाता। हालेलुया। और कहने जब 10 दिन बाद उन्होंने सामने खड़ा किया गया तो दानियल और वो ਜਿਹੜੇ ਮਿੱਤਰ ਸੀ ਜਿਹੜੇ ਪਰਮੇਸ਼ਰ ਦੇ ਖੜੇ ਹੋਏ ਉਹ ਉਹਨਾਂ ਨਾਲ ਤਕੜੇ ਸੀ। ਹਾਲੇਲੂਇਆ। ਸੋ ਸਮਝੋ ਪਰਮੇਸ਼ਰ ਨੂੰ। ਅੱਜ ਸਾਡਾ ਭਰੋਸਾ ਧਨ ਦੇ ਉੱਤੇ ਹੈ, ਸਾਡਾ ਭਰੋਸਾ ਤਾਂ ਸੋਰਸ ਦੇ ਉੱਤੇ ਹੈ, ਸਾਡਾ ਭਰੋਸਾ ਨੌਕਰੀਆਂ ਉੱਤੇ ਹੈ। ਪਰ ਮੈਂ ਤੁਹਾਨੂੰ ਇੱਕ ਦੱਸਦਾ ਹਾਂ ਕਿ ਜੇ ਪਰਮੇਸ਼ਰ ਤੇ ਭਰੋਸਾ ਰੱਖੋਗੇ ਤਾਂ ਤੁਹਾਡੇ ਕੋ ਉਹ ਕਹਿੰਦੇ ਇੱਕ ਨਾ ਇੰਡੀਆ ਉਹ ਸੀਗੇ, ਕਹਿੰਦਾ ਯਿਸੂ ਮਸੀਹ ਦੇ ਚੇਲੇ ਰਹਿੰਦੇ ਬਣੇ ਸਦਾ ਵਿੱਚ ਮੇਲੇ, ਪੱਲੇ ਹੋਣ ਨਾ ਪੈਸੇ ਧੇਲੇ ਰਹਿੰਦੇ ਵਿੱਚ ਬਹਾਰਾਂ। ਹਾਲੇਲੂਇਆ। ਹਾਲੇਲੂਇਆ। ਕੀ ਨਾਮ ਸੀ ਉਹਦਾ? ਤੁਹਾਡਾ ਹੋਏ ਆਪਣੇ ਜਿਹੜਾ ਕੁੱਬਾ ਸੀ ਆਪਣਾ ਪਾਸਟਰ। ਹਾਂਜੀ ਹਾਂਜੀ, ਮੈਨੂੰ ਨਾਂ ਨਹੀਂ ਚੱਲਦਾ। ਬਸ ਗੁਲਾਮ ਪੀਟਰ ਬੁੱਢਾ ਉਹ ਗਾਉਂਦੇ ਹੁੰਦੇ ਸੀ। ਗੁਲਾਮ ਪੀਟਰ ਕਹਿੰਦੇ ਅਸੀਂ ਯਿਸੂ ਮਸੀਹ ਦੇ ਚੇਲੇ ਰਹਿੰਦੇ ਬੜੇ ਸਦਾ ਵਿੱਚ ਮੇਲੇ, ਰਹਿੰਦੇ ਬਣੇ ਸਦਾ ਵਿੱਚ ਮੇਲੇ, ਪੱਲੇ ਹੋਣ ਨਾ ਪੈਸੇ ਧੇਲੇ ਰਹਿੰਦੇ ਵਿੱਚ ਬਹਾਰਾਂ ਦੇ। ਬੇੜੀ ਪਾਰ ਲਗਾ ਦੇ ਯਿਸੂ ਸਾਡੇ ਔਗਣ। ਹਾਲੇਲੂਇਆ। ਸੋ ਦੇਖ ਲਓ ਜਿਨ੍ਹਾਂ ਕੋਲ ਪੈਸੇ ਧੇਲੇ ਨਹੀਂ ਉਹ ਬਹਾਰਾਂ ਵਿੱਚ, ਤੇ ਜਿਹੜੇ ਚ ਡਾਲਰ ਕਹਿੰਦੇ ਡਾਲਰ 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 ਤਾਂ ਉਹ ਵਿਚਾਰੇ ਬੁਰੇ ਹਾਲ। ਹਾਲੇਲੂਇਆ। ਸੋ ਮੈਂ ਤੁਹਾਨੂੰ ਕੀ ਦੱਸਦਾ ਕਿ ਤੁਹਾਡਾ ਭਰੋਸਾ ਯਹੋਵਾ ਤੇ ਹੋਣਾ ਚਾਹੀਦਾ। ਹਾਲੇਲੂਇਆ। ਉਹ ਤੁਹਾਨੂੰ ਨਾ ਕੁਝ ਹੁੰਦੇ ਹੋਏ ਵੀ ਬਹਾਰਾਂ ਚ ਰੱਖ ਸਕਦਾ ਹੈ। ਸੋ ਜੋ ਦਾਨੀਏਲ ਸੀਗਾ ਉਹਨੇ ਕੰਪਰੋਮਾਈਜ਼ ਨਹੀਂ ਕੀਤਾ। ਫਿਰ ਉਹ ਇੱਕ ਹੋਰ ਪ੍ਰੀਖਿਆ ਆ ਗਈ ਜਦ ਦਾਨੀਏਲ ਨੂੰ ਇੱਕ ਅਪਾਇੰਟ ਕਰ ਦਿੱਤਾ ਤਾਂ ਉੱਥੇ ਕਹਿੰਦੇ ਉਹਨਾਂ ਨੇ ਨਾ ਇੱਕ ਚਾਲ ਚੱਲੀ, ਕਹਿੰਦੇ ਰਾਜਾ, ਉਹਨਾਂ ਨੂੰ ਪਤਾ ਸੀਗਾ ਦਾਨੀਏਲ ਨੇ ਨਾ ਪਰਮੇਸ਼ਰ ਤੋਂ ਇਲਾਵਾ ਕਿਸੇ ਦੇ ਅੱਗੇ ਝੁਕਣਾ ਨਹੀਂ। ਹਾਲੇਲੂਇਆ। ਔਰ ਆ ਵੀ ਪਤਾ ਸੀ ਕਿਸੇ ਦੇਵਤੇ ਦੇ ਅੱਗੇ ਨਹੀਂ ਝੁਕਣਾ। ਆ ਵੀ ਪਤਾ ਸੀ। ਤਾਂ ਉਹ ਰਾਜੇ ਨੂੰ ਕੀ ਕਿਹਾ? ਰਾਜਾ ਆਪਣੀ ਮੂਰਤੀ ਬਣਾ। ਡੈਡੀ ਨੇ ਤਾਂ ਮੈਂ ਸਵੇਰੇ ਗੱਲ ਕਰਦੇ ਸੀ, ਉਹ ਕਿਸੇ ਦੇਵਤੇ ਦੀ ਮੂਰਤ ਨਹੀਂ ਸੀ, ਰਾਜੇ ਦੀ ਮੂਰਤ ਸੀ। ਔਰ ਜਿਹੜਾ ਉਹਦੇ ਅੱਗੇ ਨਾ ਝੁਕੇ ਉਹਦੇ ਲਈ ਸਜ਼ਾ ਹੋਵੇ। ਤਾਂ ਦਾਨੀਏਲ ਰਾਜੇ ਦੇ ਮੂਰਤ ਅੱਗੇ ਨਹੀਂ ਝੁਕਿਆ। ਹਾਲੇਲੂਇਆ। ਅੱਜ ਇਨਸਾਨ ਦੇ ਅੱਗੇ ਝੁਕਣ ਦੀ ਗੱਲ ਉਹੀ ਆ ਜਾਂਦੀ ਹੈ ਜੀ, ਚਾਹੇ ਪਾਸਟਰ ਲਾ ਲਓ ਚਾਹੇ ਕੋਈ ਹੋਰ ਲਾ ਲਓ। ਹਾਲੇਲੂਇਆ। ਕਿਸੇ ਦੇ ਅੱਗੇ ਤੁਸੀਂ ਝੁਕਣਾ ਨਹੀਂ। ਕੰਪਰੋਮਾਈਜ਼ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਨਹੀਂ। ਜਿੱਥੇ ਪਰਮੇਸ਼ਰ ਦਾ ਵਚਨ ਆ ਗਿਆ ਉੱਥੇ ਬਾਈਬਲ ਕਹਿੰਦਾ ਹੈ ਚਾਹੇ ਤੇਰਾ ਖਾਸ ਮਿੱਤਰ ਹੋਵੇ, ਚਾਹੇ ਤੇਰੀ ਪਤਨੀ ਜੋ ਤੇਰੀ ਛਾਤੀ ਦੇ ਉੱਤੇ ਲੇਟਦੀ ਹੈ ਉਹ ਹੋਵੇ, ਚਾਹੇ ਬੱਚੇ ਹੋਣ, ਜੇ ਉਹ ਤੈਨੂੰ ਕਹਿਣ ਕਿ ਆ ਕਿਸੇ ਪਰਾਏ ਦੇਵਤਾ ਦੇ ਪਿੱਛੇ ਚੱਲੀਏ ਤਾਂ ਉਹਦੀ ਵੀ ਨਾ ਮੰਨੀ। ਔਰ ਉੱਥੇ ਲਿਖਿਆ ਉਹਨਾਂ ਦਾ ਪਥਰਾਵ ਕਰਕੇ ਮਾਰਦੀ। ਪੁਰਾਣੇ ਨਿਯਮ ਚ ਲਿਖਿਆ। ਹਾਲੇਲੂਇਆ। ਨਾਟ ਕੰਪਰੋਮਾਈਜ਼ਰ। ਅਸੀਂ ਕਿਸੇ ਚੀਜ਼ ਨਾਲ, ਅਸੀਂ ਧਨ ਦੌਲਤ ਨਾਲ ਔਰ ਪਰਮੇਸ਼ਰ ਨਾਲ ਕੰਪਰੋਮਾਈਜ਼ ਕਰਕੇ ਨਹੀਂ ਚੱਲ ਸਕਦੇ। ਸੋ ਆਪਣੇ ਜੀਵਨ ਦਾ ਇੱਕ ਮਕਸਦ ਬਣਾ ਲਓ ਕਿ ਅਸੀਂ ਪਵਿੱਤਰਤਾਈ ਦੇ ਵਿੱਚ ਵੱਧਦੇ ਜਾਈਏ। ਹਾਲੇਲੂਇਆ। ਪ੍ਰਾਰਥਨਾ ਚ ਵਧੀਏ, ਵਚਨ ਚ ਵਧੀਏ, ਵਰਦਾਨਾਂ ਦੀ ਲੋਚ ਕਰੋ। ਅੱਜ ਕਲੀਸਿਆਵਾਂ ਕਿੱਦਾਂ ਦੀਆਂ ਹੋ ਗਈਆਂ ਮੈਨੂੰ ਤਾਂ ਸਮਝ ਨਹੀਂ ਆ ਰਿਹਾ। ਪਾਸਟਰ ਕੋ ਸਭ ਵਰਦਾਨ ਦਿਖ ਰਹੇ ਆ, ਕਲੀਸਿਆ ਦੇ ਵਿਅਕਤੀ ਕੋ ਸਿਰਫ ਇੱਕ ਵਰਦਾਨ, ਪਤਾ ਕਿਹੜਾ? ਗੈਰ ਜ਼ੁਬਾਨ। ਉਹਨੂੰ ਆਪ ਨੂੰ ਨਹੀਂ ਸਮਝ ਆ ਰਿਹਾ ਕੀ ਕਰ ਰਿਹਾ। ਉਸ ਗੈਰ ਜ਼ੁਬਾਨ ਦੇ ਨਾਲ ਉਹ ਕਿਸੇ ਰੂਹ ਨੂੰ ਜਿੱਤ ਕੇ ਨਹੀਂ ਲਿਆ ਪਾ ਰਿਹਾ। ਔਰ ਪਾਸਟਰ ਨੇ ਔਰ ਸਾਰੇ ਪਾਸਟਰਾਂ ਨੇ ਲੋਕਾਂ ਨੂੰ ਗੈਰ ਜ਼ੁਬਾਨ ਪਿੱਛੇ ਲਾਇਆ ਹੈ। ਬਸ ਗੈਰ ਜ਼ੁਬਾਨ ਸਭ ਤੋਂ ਉੱਤਮ, ਗੈਰ ਜ਼ੁਬਾਨ। ਤੁਹਾਨੂੰ ਪਤਾ ਬਾਈਬਲ 'ਚ ਕੀ ਲਿਖਿਆ ਹੈ? ਪੌਲੁਸ ਕਹਿੰਦਾ ਮੈਂ ਕਹਿੰਦਾ ਵਰਦਾਨਾਂ ਦੀ ਲੋਚ ਕਰੋ, ਭਵਿੱਖਬਾਣੀ ਦੀ ਕਹਿੰਦਾ ਸਭ ਤੋਂ ਵੱਡੀ ਕਰੋ।
ਹਾਲੇਲੂਇਆ। ਕਿਉਂ? ਕਿਉਂਕਿ ਭਵਿੱਖਵਕਤਾ ਜੋ ਹੈ ਉਹ ਦੂਸਰੇ ਦੇ ਪਾਪਾਂ ਨੂੰ ਉਹਦੇ ਸਾਹਮਣੇ ਜ਼ਾਹਿਰ ਕਰਕੇ ਉਹਨੂੰ ਪਰਮੇਸ਼ਰ ਵੱਲ ਮੋੜਦਾ ਹੈ। ਉੱਥੇ ਲਿਖਿਆ, ਕਹਿੰਦਾ ਜਾਣੋ, ਕਹਿੰਦਾ ਤੁਸੀਂ ਸਭ ਗੈਰ ਜ਼ਬਾਨ ਬੋਲਦੇ। ਕਹਿੰਦਾ ਇੱਕ ਬੰਦਾ ਬਾਹਰੋਂ ਆਇਆ, ਕਹਿੰਦਾ ਉਹਨੇ ਆ ਕੇ ਆ ਨਹੀਂ ਕਹਿਣਾ ਜਿਹਨੂੰ ਪਤਾ ਨਹੀਂ ਕਿਆ ਸਾਰੇ ਕਮਲੇ ਹੋ ਗਏ, ਆ ਕੀ ਲੱਗੇ ਹੋਏ ਆ। ਕਹਿੰਦਾ ਸੋਚੋ ਜੇ ਕਹਿੰਦਾ ਭਵਿੱਖਬਾਣੀ ਕਰਦੇ। ਕਹਿੰਦਾ ਬਾਹਰੋਂ ਇੱਕ ਬੰਦਾ ਆਵੇ, ਕਹਿੰਦਾ ਜਦ ਉਹਨੇ ਚਰਚ ਦੇ ਵਿੱਚ ਪੈਰ ਰੱਖਿਆ ਤੁਸੀਂ ਭਵਿੱਖਬਾਣੀ ਕੀਤੀ, ਕਹਿੰਦਾ ਉਹਦੇ ਪਾਪ ਸਾਹਮਣੇ ਆ ਗਏ। ਕਹਿੰਦੇ ਮੱਥਾ ਟੇਕੂਗਾ ਕਿ ਨਹੀਂ ਟੇਕੂਗਾ ਯਿਸੂ? ਅੱਜ ਕਲੀਸਿਆ ਨੂੰ ਲਾਈਏ ਇਸ ਪਾਸੇ ਦਿੱਤਾ ਪਾਸਟਰਾਂ ਨੇ, ਨਹੀਂ ਸਿਰਫ ਗੈਰ ਜ਼ਬਾਨੀ ਰੱਖੀ ਆ ਵਿਸ਼ਵਾਸੀਆਂ ਲਈ, ਹੋਰ ਕੋਈ ਵਰਦਾਨ नहीं। पर यीशु पता की कहते, अर्नस्ट ने क्या कहना, बाप ने भेजा मुझको, भेजता हूं तुमको, जैसे मैं था वैसे हो तुम, कहता हूं तुमसे। फिर कहता रूहे बचाओ मुर्दे जिलाओ। हालेलुया। इस तरह का यीशु। हालेलुया। सो नॉट अ कॉम्प्रोमाइज। स्वामी साडा पैसा नहीं, साडा स्वामी यीशु है और अपने स्वामी दी गल माननी है। वधो परमेश्वर दे विच एक एक व्यक्ति मूसा इसे करके कहते मूसा वर्गा लीडर नहीं कोई होया पास उत्थे लिखा कहते ही वाज द बेस्ट लीडर एंड द हम्बल लीडर। क्यों? ਤੁਹਾਨੂੰ ਪਤਾ ਇੱਕ ਵਾਰੀ ਕਹਿੰਦੇ मूसा ने परमेश्वर ने कहा कि ਇਹਨਾਂ ਲੋਕਾਂ ਨੂੰ ਸੱਦ ਤੰਬੂ ਦੇ ਵਿੱਚ, ਤਾਂ ਕਹਿੰਦੇ ਉੱਥੇ ਪਰਮੇਸ਼ਰ ਦਾ ਆਤਮਾ ਉਤਰਿਆ ਔਰ ਜਿੰਨੇ ਲੋਕ ਉਹਦੇ ਤੰਬੂ ਦੇ ਲਾਗੇ ਆਏ ਨਾ ਉਹ ਸਭ ਨਾ ਭਵਿੱਖਬਾਣੀ ਕਰਨਾ ਸ਼ੁਰੂ ਹੋ ਗਏ। ਤਾਂ ਕਹਿੰਦੇ ਚਾਰ ਬੰਦੇ ਨਾ ਪਿੱਛੇ ਤੰਬੂ 'ਚ ਰਹਿ ਗਏ, ਉਹ ਆਏ ਨਹੀਂ। ਤਾਂ ਉਹ ਤੰਬੂ 'ਚ ਭਵਿੱਖਬਾਣੀ ਕਰਦੇ ਨੇ, ਆਪਣੇ ਘਰੇ ਭਵਿੱਖਬਾਣੀ ਕਰਦੇ। ਕਹਿੰਦੇ ਦੋ ਬੰਦੇ ਨਾ ਭੱਜੇ ਆਏ, ਕਹਿੰਦੇ मूसा ਉਹਨਾਂ ਨੂੰ ਜਾ ਕੇ ਰੋਕ, ਉਹ ਇੱਥੇ ਤੰਬੂ ਦੇ ਲਾਗੇ ਨਹੀਂ ਆਏ, ਉਹ ਚਰਚ ਨਹੀਂ ਆਏ, ਉੱਥੇ ਭਵਿੱਖਬਾਣੀ ਕਰੀ ਜਾਂਦੇ। मूसा ਕਹਿੰਦਾ ਤੁਸੀਂ ਕਿਉਂ ਸੜਦੇ ਹੋ? ਕਹਿੰਦਾ ਮੈਂ ਚਾਹੁੰਦਾ ਹਾਂ ਸਾਰੀ ਮੰਡਲੀ ਨਬੀਆਂ ਦੀ ਹੋ ਜਾਵੇ। ਆਮੀਨ। ਹਾਲੇਲੂਇਆ। ਮੈਂ ਚਾਹੁੰਦਾ ਹਾਂ ਸਾਰੀ ਮੰਡਲੀ ਨਬੀਆਂ ਦੀ ਹੋ ਜਾਵੇ। ਅੱਜ ਪਾਸਟਰ ਦਾ ਹੁੰਦਾ ਜੇ ਸਭ ਪਾਸਟਰ ਬਣ ਗਏ ਤਾਂ ਸਾਡੀ ਦੁਕਾਨ ਕਿੱਦਾਂ ਚੱਲੇਗੀ, ਸਾਡਾ ਸ਼ਟਰ ਬੰਦ। पर मैं चाहता हाँ हर व्यक्ति पास्टर होवे, हर व्यक्ति को चंगियाई का वरदान होवे, हर व्यक्ति को भविष्यवाणी का वरदान होवे, ताकि ਅਸੀਂ बहुत सारी रूहां जित सकें। हालेलुया। ਅੱਜ ਕਿਉਂ ਸਾਡੇ ਭੈਣ ਭਰਾਵਾਂ ਨੂੰ ਬੇਇੱਜ਼ਤ ਕਰਕੇ ਪਿੰਡਾਂ ਚੋਂ ਕੱਢਿਆ ਜਾ ਰਿਹਾ ਹੈ? ਕਿਉਂਕਿ ਉਹਨਾਂ ਨੂੰ ਸਿਰਫ ਪਰਚੇ ਵੰਡਣ ਦੇ ਉੱਤੇ ਲਾ ਦਿੱਤਾ ਜੀ, ਸਿਰਫ ਪਰਚੇ ਵੰਡਣ ਤੇ। ਚਾਹੋ ਜਾ ਕੇ ਜੀ ਆ ਸਾਡੇ ਚਰਚ ਦੀ ਮਸ਼ਹੂਰੀਆਂ ਕਰੋ, ਆ ਮਸ਼ਹੂਰੀ ਕਰੋ ਜੀ ਸਾਡੇ ਚਰਚ ਦੀ, ਪਾਸਟਰ ਦੀ ਮਸ਼ਹੂਰੀ ਕਰੋ। ਬਲਕਿ ਬਾਈਬਲ ਦੇ ਵਿੱਚ ਜਦ ਪ੍ਰਭੂ ਯੀਸ਼ੂ ਮਸੀਹ ਨੇ 70 ਚੇਲਿਆਂ ਨੂੰ ਘੱਲਿਆ ਤਾਂ ਕਹਿੰਦੇ ਘਰ ਘਰ ਨਾ ਫਿਰਿਓ, ਜਿਸ ਘਰ ਜਾਓ ਉੱਥੇ ਸਲਾਮਤੀ ਮੰਗੋ। ਉੱਥੇ ਲਿਖਿਆ ਕਹਿੰਦਾ ਉਹਨਾਂ ਤੋਂ ਦੁਸ਼ਟ ਆਤਮਾ ਕੱਢੋ, ਉਹਨਾਂ ਨੂੰ ਚੰਗੇ ਕਰੋ। ਜਦ ਲੋਕਾਂ ਨੂੰ ਭੇਜਣਾ ਤਾਂ ਇਸ ਤਰ੍ਹਾਂ ਦੇ ਵਰਦਾਨਾਂ ਨਾਲ ਭਰ ਕੇ ਉਹ ਜਾਣ, ਤਾਂ ਕਿ ਜਦੋਂ ਪਿੰਡਾਂ ਦੇ ਵਿੱਚ ਜਾਣ ਲੋਕੀ ਚੰਗੇ ਹੋਣ, ਦੁਸ਼ਟ ਆਤਮਾ ਤੋਂ ਆਜ਼ਾਦ ਹੋਣ। ਤਾਂ ਫਿਰ ਲੋਕੀ ਪਿੰਡਾਂ ਦੇ ਪਿੰਡ ਬਦਲੂਗੇ। ਪਰਚਿਆਂ ਦੇ ਨਾਲ ਉਹਨਾਂ ਨੇ ਨਹੀਂ ਬਦਲਣਾ, ਪਰਚਿਆਂ ਦੇ ਨਾਲ ਉਹ ਆਉਗੇ ਪਰ ਸਿਰਫ ਵੀਜ਼ੇ ਲਵਾਉਣ ਆਉਗੇ ਫਿਰ, और इस शक्ति ਨੂੰ ਦੇਖ ਕੇ ਨਹੀਂ ਆਉਗੇ। ਹਾਲੇਲੂਇਆ। ਸੋ ਇਸ ਕਰਕੇ ਮੇਰੇ ਪਰਮੇਸ਼ਰ ਦੇ ਲੋਕੋ ਆਪਣੇ ਆਪ ਨੂੰ ਤਿਆਰ ਕਰੋ। ਅੱਜ ਅਸੀਂ ਧਨ ਨੂੰ ਸਵਾਮੀ ਬਣਾ ਲਿਆ, ਇਸੇ ਕਰਕੇ ਅਸੀਂ ਮਸੀਹਤ ਦੇ ਵਿੱਚ ਬਹੁਤ ਪਿੱਛੇ ਰਹਿ ਗਏ ਆ। ਜੇ ਧਨ ਹੀ ਪਰਮੇਸ਼ਰ ਦੀ ਬਰਕਤ ਦਾ ਇੱਕ ਨਾਪਣ ਵਾਲਾ ਜ਼ਰੀਆ ਹੁੰਦਾ ਤਾਂ ਫਿਰ ਉਹਦੇ ਤੋਂ ਤਾਂ ਤੁਸੀਂ ਆਹ ਦੇਖੋ ਅੱਜ ਕੰਪੇਅਰ ਕਰ ਲਓ ਕਿੰਨੇ ਕੁ ਮਸੀਹੀ ਜਿਹੜੇ ਅਰਬਾਂ ਖਰਬਾਪਤੀ ਆ। ਅੰਬਾਨੀ ਮਸੀਹੀ ਆ, ਅਡਾਨੀ ਮਸੀਹੀ ਆ। ਫਿਰ ਇਹਦਾ ਮਤਲਬ ਕਿ ਉਹ ਜਿਹੜੇ ਜ਼ਿਆਦਾ ਧਨੀ ਹੈਗੇ ਆ ਫਿਰ ਉਹਨਾਂ ਦਾ ਭਗਵਾਨ ਜ਼ਿਆਦਾ ਬਰਕਤ ਦੇਣ ਵਾਲਾ ਹੈ, ਜ਼ਿਆਦਾ ਤਕੜਾ ਹੈ? ਨਹੀਂ। ਪਰਮੇਸ਼ਰ ਦੀ ਬਰਕਤ ਪਵਿੱਤਰਤਾਈ ਦੇ ਨਾਲ ਨਾਪੀ ਜਾਂਦੀ ਹੈ ਜੀ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਸਾਡਾ ਪਰਮੇਸ਼ਰ ਦੇ ਬਾਰੇ ਇੱਕ ਜ਼ਿਕਰ ਹੈ, ਕਹਿੰਦਾ ਜੋ ਸਾਡਾ ਪਰਮੇਸ਼ਰ ਹੈ ਨਾ ਯਹੋਵਾ ਪਰਮੇਸ਼ਰ, ਉਹ ਸਭ ਦੇਵਤਿਆਂ ਤੋਂ ਜ਼ਿਆਦਾ ਪਵਿੱਤਰ ਹੈ, ਸ਼ਕਤੀਸ਼ਾਲੀ और पवित्र है। हालेलुया। प्रभु यीशु मसीह ਨੂੰ ਸ਼ੈਤਾਨ ਨੇ ਕੀ ਕਿਹਾ? ਕਹਿੰਦਾ ਇੱਕ ਵਾਰ ਮੱਥਾ ਟੇਕ ਤੈਨੂੰ ਸਾਰਾ ਧਨ ਦੌਲਤ ਦੇ ਦੇਵਾਂਗਾ। ਆ ਸ਼ਬਦ ਸ਼ੈਤਾਨ ਦੇ ਆ, ਪਰਮੇਸ਼ਰ ਦੇ ਨਹੀਂ ਆ ਸ਼ਬਦ ਕਿ ਇੱਕ ਵਾਰ ਮੱਥਾ ਟੇਕ ਤੈਨੂੰ ਧਨ ਦੌਲਤ ਦੇਵਾਂਗਾ। ਪ੍ਰਭੂ ਯੀਸ਼ੂ ਮਸੀਹ ਜਾਂ ਸਾਡੇ ਪਰਮੇਸ਼ਰ ਦੇ ਸ਼ਬਦ ਹੈਗੇ ਇੱਕ ਵਾਰੀ ਮੇਰੇ ਅੱਗੇ ਸਜਦਾ ਕਰ ਦੇ ਤੈਨੂੰ ਆਪਣੇ ਵਾਂਗੂ ਪਵਿੱਤਰ ਕਰ ਦੇਵਾਂਗਾ। ਆਇਆ ਮੇਰੇ ਯੀਸ਼ੂ ਮਸੀਹ ਦੇ ਸ਼ਬਦ, ਆਇਆ ਮੇਰੇ ਯਹੋਵਾ ਦੇ ਸ਼ਬਦ। ਤਾਂ ਜਿਹੜੇ ਆ ਸ਼ਬਦ ਜੇ ਕੋਈ ਪਾਦਰੀ ਕਹਿੰਦਾ ਪਿਆ ਕਿ ਇੱਕ ਵਾਰੀ ਚਰਚ ਆਓ ਜੀ ਤੁਹਾਡੇ ਕੋਲ ਧਨ ਦੌਲਤ ਹੋ ਜਾਊਗਾ, ਤੁਹਾਡੇ ਬਿਜ਼ਨਸ ਚੱਲ ਜਾਣਗੇ, ਆ ਪਾਸਟਰ ਫਿਰ ਸ਼ੈਤਾਨ ਦੀ ਬੋਲੀ ਬੋਲਣ ਲੱਗ ਪਿਆ। ਹਾਲੇਲੂਇਆ। ਸੋ ਇਸ ਕਰਕੇ ਮੇਰੇ ਪਰਮੇਸ਼ਰ ਦੇ ਲੋਕੋ ਪਰਮੇਸ਼ਰ ਦੀ ਯੋਜਨਾ ਤੁਹਾਡੇ ਲਈ ਹੈ ਕਿ ਉਹਦੇ ਵਰਗੇ। ਹਾਲੇਲੂਇਆ। ਪਵਿੱਤਰ ਬਣੋ, ਧਨ ਦੇ ਲੋਭੀ ਨਾ ਬਣੋ, ਧਨ ਨੂੰ ਸੁਆਮੀ ਨਾ ਬਣਾਓ, ਉਹਨੂੰ ਆਪਣਾ ਗੁਲਾਮ ਬਣਾ ਕੇ ਰੱਖੋ। ਹਾਲੇਲੂਇਆ। ਸੋ ਪਰਮੇਸ਼ਰ ਤੁਹਾਨੂੰ ਸਭ ਨੂੰ ਬਰਕਤ ਦੇਵੇ। ਸਭ ਨੂੰ